ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਮੈਂ ਸਵਾਗਤ ਕਰਦਾ ਆਪਣੇ ਇਸ YouTube ਚੈਨਲ ਦੇ ਉੱਪਰ। ਅੱਜ ਮੈਂ ਤੁਹਾਡੇ ਲੈ ਕੇ ਆਇਆ ਬਿਜ਼ਨਸ ਸਟੱਡੀ ਦਾ ਇੱਕ ਹੋਰ ਇੰਪੋਰਟੈਂਟ ਟੌਪਿਕ, ਦੈਟ ਇਜ਼ ਆਰ ਐਲੀਮੈਂਟਸ ਆਫ ਡਾਇਰੈਕਸ਼ਨ। ਇੰਪੋਰਟੈਂਟ ਟੌਪਿਕ ਹੈ। 4 ਨੰਬਰ ਤੇ 6 ਨੰਬਰ ਦੇ ਕੁਐਸਚਨਸ ਦੇ ਆਉਣ ਦੇ ਪੂਰੇ ਚਾਂਸਸ ਜਿਹੜੇ ਹੈਗੇ ਇਸ ਟੌਪਿਕ ਦੇ ਵਿੱਚੋਂ ਹੈਗੇ ਆਪਣੇ ਕੋਲ, ਠੀਕ ਹੈ ਨਾ। ਤਾਂ ਚੰਗੀ ਤਰੀਕੇ ਨਾਲ ਸਮਝ ਲੈਣਾ ਆਪਣਾ। ਵੈਸੇ ਤੁਹਾਨੂੰ ਪਤਾ ਹੀ ਹੈ ਐਲੀਮੈਂਟਸ ਜਿਹੜੇ ਕਿ ਡਾਇਰੈਕਸ਼ਨ ਦੇ 4 ਆਪਣੇ ਕੋਲ ਹੁੰਦੇ ਆ, ਜਿਸ 'ਚ ਸਭ ਤੋਂ ਪਹਿਲਾਂ ਆਪਣੇ ਕੋਲ ਸੁਪਰਵਿਜ਼ਨ ਆ ਜਾਂਦਾ, ਠੀਕ ਹੈ। ਦੂਸਰਾ ਅਗਰ ਆਪਾਂ ਗੱਲ ਕਰੀਏ ਮੋਟੀਵੇਸ਼ਨ, ਤੀਸਰਾ ਆਪਣੇ ਕੋਲ ਹੈਗਾ ਲੀਡਰਸ਼ਿਪ, ਔਰ ਲਾਸਟ ਆਪਣੇ ਕੋਲ ਹੈਗਾ ਕਮਿਊਨੀਕੇਸ਼ਨ, ਠੀਕ ਹੈ। ਈਜ਼ੀ ਹੈ ਸਾਰੇ ਟੌਪਿਕਸ, ਬਸ ਇਹ ਕਿ ਥੋੜ੍ਹਾ ਲੈਂਥੀ ਕਰਕੇ ਬੱਚਿਆਂ ਨੂੰ ਔਖਾ ਲੱਗ ਰਿਹਾ ਪੜ੍ਹਨਾ, ਬਟ ਮੈਂ ਉਮੀਦ ਕਰਦਾ ਕਿ ਇਸ ਵੀਡੀਓ ਦੇ ਥਰੂ ਮੈਂ ਪੂਰਾ ਦਾ ਪੂਰਾ ਟੌਪਿਕ ਜਿਹੜਾ ਕਿ ਕੰਸਾਈਜ਼ ਮੈਨਰ ਦੇ ਵਿੱਚ ਤੁਹਾਨੂੰ ਜਿਹੜਾ ਕਿ ਕੰਪਲੀਟ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ, ਠੀਕ ਹੈ ਨਾ। ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜਾ ਕਿ ਜ਼ਰੂਰ ਦੇਖਣਾ ਹੈ। ਔਰ ਇੱਕ ਚੀਜ਼ ਜ਼ਰੂਰ ਕਰ ਦਿਓ ਯਾਰ, ਲਾਈਕ ਕਰੋ ਭਾਵੇਂ ਨਾ ਕਰੋ, ਚੈਨਲ ਸਬਸਕ੍ਰਾਈਬ ਕਰੋ ਚਾਹੇ ਨਾ ਕਰੋ, ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਉਸ ਚੀਜ਼ ਤੋਂ, ਬਟ ਪਲੀਜ਼ ਆਪਣੇ ਦੋਸਤਾਂ ਤੱਕ ਜਿਹੜੀ ਵੀਡੀਓ ਹੈਗੀ ਜ਼ਰੂਰ ਸ਼ੇਅਰ ਕਰੋ। ਐਗਜ਼ਾਮਸ ਟਾਈਮ ਹੈ, ਸਭ ਨੂੰ ਟੈਨਸ਼ਨ ਹੁੰਦੀ ਹੈਗੀ ਹੈ ਪੇਪਰਾਂ ਦੀ, ਤਾਂ ਜਿਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਚੈਨਲ ਦੇ ਉੱਪਰ ਕੰਟੈਂਟ ਵਧੀਆ ਜਾ ਰਿਹਾ ਹੈਗਾ, ਆਪਾਂ ਉਸ ਤੋਂ ਕੀ ਲੈ ਰਹੇ ਹਾਂ, ਹੈਲਪ ਲੈ ਰਹੇ ਹੈਗੇ ਆ, ਤਾਂ ਦੂਸਰੇ ਦੀ ਵੀ ਮਦਦ ਕਰੋ, ਠੀਕ ਹੈ ਨਾ। ਕਿਉਂਕਿ ਤੁਸੀਂ ਅਗਰ ਅੱਜ ਕਿਸੇ ਦੀ ਮਦਦ ਕਰੋਗੇ ਤਾਂ ਹੋ ਸਕਦਾ ਕਿ ਭਗਵਾਨ ਜਿਹੜਾ ਹੈਗਾ ਕੱਲ੍ਹ ਤੁਹਾਡੀ ਮਦਦ ਕਰੇ, ਠੀਕ ਹੈ। ਚਲੋ ਵਧੀਆ ਅੱਗੇ। ਪਹਿਲਾ ਐਲੀਮੈਂਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਣੇ ਕੋਲ ਸੁਪਰਵਿਜ਼ਨ ਹੈ। ਨੋਟ ਸੋ ਮਚ ਇੰਪੋਰਟੈਂਟ, ਬਟ ਫਿਰ ਵੀ ਆਪਾਂ ਨੂੰ ਕੀ ਕਰਨਾ ਪਏਗਾ, ਪੜ੍ਹਨਾ ਤਾਂ ਪਏਗਾ, ਠੀਕ ਹੈ। ਇਸ 'ਚ ਸੁਪਰਵਿਜ਼ਨ ਨੂੰ ਆਪਾਂ 2 ਵਰਡਸ ਦੇ ਵਿੱਚ ਤੋੜਦੇ ਹਾਂ। ਪਹਿਲਾ ਪਾਰਟ ਹੈਗਾ ਸੁਪਰ ਔਰ ਦੂਸਰਾ ਵਰਡ ਆਪਣੇ ਕੋਲ ਹੈਗਾ ਵਿਜ਼ਨ। ਸੁਪਰ ਦਾ ਮਤਲਬ ਕੀ ਹੈ, ਓਵਰ ਐਂਡ ਅਬਵ। ਵਿਜ਼ਨ ਦਾ ਮਤਲਬ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਬੇਸਿਕਲੀ ਕੀ ਹੈ, ਟੂ ਲੁੱਕ ਔਰ ਵਾਚ, ਠੀਕ। ਤਾਂ ਸਿੰਪਲੀ ਸੁਪਰਵਿਜ਼ਨ ਦਾ ਮੀਨਿੰਗ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਹੁੰਦਾ ਕੀ ਹੈ, ਸੀਨੀਅਰ ਜਿਹੜੇ ਹੈਗੇ ਆ ਇਹ ਕਰਦੇ ਹੈਗੇ ਕੀਪ ਐਨ ਆਈ ਔਨ ਦੇਅਰ ਸਬਆਰਡੀਨੇਟਸ, ਠੀਕ ਹੈ ਨਾ। ਸੀਨੀਅਰ ਜਿਹੜੇ ਹੈਗੇ ਆਪਣੇ ਸਬਆਰਡੀਨੇਟਸ ਦੇ ਉੱਪਰ ਹੀ ਕਰਦੇ ਹੈਗੇ, ਨਿਗਾਹ ਰੱਖਦੇ ਸਬਆਰਡੀਨੇਟਸ, ਵਾਈਲ ਦੇ ਆਰ ਪਰਫਾਰਮਿੰਗ ਦੇਅਰ ਟਾਸਕ, ਠੀਕ ਹੈ। ਜਦੋਂ ਕੀ ਕਰ ਰਹੇ ਹੁੰਦੇ ਆਪਣਾ ਕੰਮ ਕਰ ਰਹੇ ਹੁੰਦੇ ਹੈਗੇ, ਤਾਂ ਇਸੇ ਨੂੰ ਆਪਾਂ ਨਾਮ ਕਿੱਦਾਂ ਦਿੰਦੇ ਹਾਂ, ਸੁਪਰਵਿਜ਼ਨ ਦਾ ਨਾਮ ਦਿੰਦੇ ਹਾਂ, ਠੀਕ ਹੈ। ਹੁਣ ਇਹ ਸੁਪਰਵਿਜ਼ਨ ਜਿਹੜੀ ਹੈਗੀ ਆਪਾਂ ਨੂੰ ਹੈਲਪ ਕਿਸ ਚੀਜ਼ ਦੇ ਵਿੱਚ ਕਰਦੀ ਹੈਗੀ ਹੈ, ਤਾਂ ਇਹਦੀ ਇੰਪੋਰਟੈਂਸ ਦੇ ਲਈ ਕੁਛ ਪੁਆਇੰਟਸ ਜਿਹੜੇ ਕਿ ਆਪਾਂ ਧਿਆਨ ਰੱਖ ਲੈਂਦੇ ਹਾਂ। ਪਹਿਲਾ ਪੁਆਇੰਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਹੈਲਪਫੁਲ ਹੈਗੀ ਹੈ ਕਿਹਦੇ ਅੰਦਰ, ਇਨ ਐਫੀਸ਼ੀਐਂਟ ਐਲੋਕੇਸ਼ਨ ਆਫ ਵਰਕ, ਠੀਕ ਹੈ ਨਾ। ਸਮਝ ਲਈਓ ਥੋੜ੍ਹਾ ਜਿਹਾ ਕਿਸ ਤਰੀਕੇ ਨਾਲ, ਜਦੋਂ ਇੱਕ ਸੁਪੀਰੀਅਰ ਆਪਣੇ ਸਬਆਰਡੀਨੇਟਸ ਨੂੰ ਕੀ ਕਰ ਰਿਹਾ ਹੈਗਾ, ਵਾਚ ਆਊਟ ਕਰ ਰਿਹਾ ਹੈਗਾ ਕੰਮ ਦੇ ਦੌਰਾਨ, ਠੀਕ ਹੈ। ਤਾਂ ਉਸਨੂੰ ਆਪਣੇ ਸਬਆਰਡੀਨੇਟਸ ਦੀ ਕੈਪੇਬਿਲਿਟੀਜ਼ ਬਾਰੇ ਪਤਾ ਲੱਗ ਜਾਂਦਾ ਵੀ ਕੋਈ ਕਿੰਨਾ ਕੰਮ ਕਰਨ ਦੀ ਸ਼ਮਤਾ ਰੱਖਦਾ ਹੈ, ਠੀਕ ਹੈ। ਤਾਂ ਅਕੋਰਡਿੰਗ ਟੂ ਦ ਕੈਪੇਬਿਲਿਟੀਜ਼ ਫਿਰ ਕੀ ਹੁੰਦਾ ਹੈਗਾ, ਨੈਕਸਟ ਟਾਈਮ ਵਰਕ ਐਲੋਕੇਟ ਹੁੰਦਾ, ਜਿਹਦੀ ਜਿੰਨੀ ਕੈਪੇਬਿਲਿਟੀ ਉਹਦੇ ਅਕੋਰਡਿੰਗ ਉਹਦਾ ਉਨਾ ਕੰਮ, ਠੀਕ ਹੈ। ਤਾਂ ਪਹਿਲਾ ਇੰਪੋਰਟੈਂਸ ਦਾ ਪੁਆਇੰਟ ਆਪਣੇ ਕੋਲ ਕੀ ਹੋ ਗਿਆ ਕਿ ਡਾਇਰੈਕਸ਼ਨ ਜਿਹੜੀ ਹੈਗੀ, ਸੁਪਰਵਿਜ਼ਨ ਜਿਹੜੀ ਹੈਗੀ ਆ ਆਪਾਂ ਨੂੰ ਹੈਲਪ ਕਿਸ 'ਚ ਕਰਦੀ ਹੈ ਕਿ ਆਪਾਂ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਕਰ ਸਕਦੇ ਹੈਗੇ, ਐਲੋਕੇਟ ਕਰ ਸਕਦੇ ਹੈਗੇ ਵਰਕਰਸ ਦੇ ਵਿਚਕਾਰ। ਕੌਣ ਕਿੰਨਾ ਕੰਮ ਕਰਨ ਦੀ ਸ਼ਮਤਾ ਰੱਖਦਾ ਉਹਦੇ ਅਕੋਰਡਿੰਗ ਆਪਾਂ ਉਸਨੂੰ ਕਰ ਸਕਦੇ, ਵਰਕ ਡਿਜ਼ਾਈਨ ਕਰਕੇ ਦੇ ਸਕਦੇ ਹਾਂ, ਠੀਕ ਹੈ। ਦੂਸਰਾ ਹੈਲਪਫੁਲ ਇਨ, ਜਾਂ ਫਿਰ ਸਿੱਧਾ ਹੀ ਲਿਖ ਦੇਣਾ ਆਪਟੀਮਮ ਯੂਟੀਲਾਈਜੇਸ਼ਨ ਆਫ ਰਿਸੋਰਸਿਸ। ਸੈਕਿੰਡ ਪੁਆਇੰਟ optimum utilization of resources, ਠੀਕ। ਆਪਣੇ ਸਾਧਨਾਂ ਦਾ ਆਪਾਂ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹਾਂ, ਵੇਸਟੇਜ ਰਿਡਿਊਸ ਕਰ ਸਕਦੇ ਹੈਗੇ ਹਾਂ,
ਵਰਕਰਸ ਨੂੰ ਜਦੋਂ ਆਪਾਂ ਕਲੋਜ਼ਲੀ ਇੰਸਪੈਕਟ ਕਰ ਰਹੇ ਕਿ ਤਾਂ ਉਹਨਾਂ ਦੀ ਗਲਤੀਆਂ ਆਪਾਂ ਉਹਨਾਂ ਨੂੰ ਸਮਝਾ ਸਕਦੇ ਹਾਂ ਵੀ ਕਿੱਥੇ ਉਹਨਾਂ ਦੀ ਲੈਕਨੈਸ ਆ ਰਹੀ ਹੈ ਪਰਫਾਰਮੈਂਸ ਦੇ ਅੰਦਰ, ਠੀਕ ਹੈ। ਤੇ ਸਾਰੀ ਚੀਜ਼ ਜਿਹੜੀ ਹੈਗੀ ਆਪਾਂ ਨੂੰ ਹੈਲਪ ਕਰਦੀ ਹੈਗੀ ਕਿ ਆਪਾਂ ਆਪਣੇ ਸਾਧਨਾਂ ਦਾ ਸਹੀ ਤਰੀਕੇ ਨਾਲ ਕੀ ਕਰ ਸਕਦੇ, ਇਸਤੇਮਾਲ ਕਰ ਸਕਦੇ, ਖਾਸ ਕਰਕੇ ਹਿਊਮਨ ਐਲੀਮੈਂਟ ਨੂੰ, ਠੀਕ। ਨੈਕਸਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਐਫੀਸ਼ੀਐਂਟ ਕੰਟਰੋਲ ਆਪਾਂ ਆਰਗੇਨਾਈਜੇਸ਼ਨ ਦੇ ਵਿੱਚ ਇਸਟੈਬਲਿਸ਼ ਕਰ ਸਕਦੇ ਹਾਂ, ਇਸਟੈਬਲਿਸ਼ਮੈਂਟ ਆਫ ਐਫੀਸ਼ੀਐਂਟ ਕੰਟਰੋਲ ਸਿਸਟਮ, ਠੀਕ ਹੈ। ਸੋ ਦੀਜ਼ ਆਰ ਦ ਕੀ ਇੰਪੋਰਟੈਂਸਿਸ ਜਿਹੜੀ ਕਿ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ ਸੁਪਰਵਿਜ਼ਨ ਦੇ ਅੰਦਰ। ਰੈਸਟ ਆਪਾਂ ਨੂੰ ਸੁਪਰਵਿਜ਼ਨ 'ਚ ਹੋਰ ਕੁਝ ਕਰਨ ਦੀ ਲੋੜ ਨਹੀਂ ਹੈ, ਤਾਂ ਇਸ ਤਰੀਕੇ ਨਾਲ ਆਪਣਾ ਪਹਿਲੇ ਐਲੀਮੈਂਟ ਜਿਹੜਾ ਹੈਗਾ ਸੁਪਰਵਿਜ਼ਨ ਦਾ ਕੰਪਲੀਟ ਹੋ ਜਾਏਗਾ। ਨੈਕਸਟ ਸੈਕਿੰਡ ਐਲੀਮੈਂਟ ਆਪਣੇ ਕੋਲ ਹੈਗਾ ਮੋਟੀਵੇਸ਼ਨ। ਇਹ ਥੋੜਾ ਲੈਂਥੀ ਜਾਏਗਾ, ਬਾਕੀ ਇੰਪੋਰਟੈਂਟ ਵੀ ਹੈ, ਠੀਕ ਹੈ। ਮੋਟੀਵੇਸ਼ਨ ਸਿੰਪਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਲੈਟਿਨ ਵਰਡ ਮੋਵੇਅਰ ਤੋਂ ਲਿੱਤਾ ਗਿਆ। 1 ਮਾਰਕਸ ਧਿਆਨ ਰੱਖਣਾ, ਕਈ ਵਾਰ ਪੁੱਛ ਲੈਂਦੇ, ਜਿਹਦਾ ਮਤਲਬ ਕੀ ਹੈ ਟੂ ਮੂਵ, ਠੀਕ ਹੈ। ਤਾਂ ਸਿੰਪਲੀ ਮੋਟੀਵੇਸ਼ਨ ਦਾ ਅਗਰ ਆਪਾਂ ਮਤਲਬ ਲਗਾ ਕੇ ਦੇਖੀਏ ਤਾਂ ਕੀ ਹੁੰਦਾ ਹੈਗਾ, ਮੋਟੀਵੇਸ਼ਨ ਦੇ ਅੰਦਰ ਸਿੰਪਲੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਆਪਾਂ ਕੀ ਕਰੀਏ, ਤੁਹਾਨੂੰ ਇਨਕਰੇਜ ਕਰੀਏ ਤਾਂ ਕਿ ਤੁਸੀਂ ਆਪਣਾ ਫੁੱਲ ਪੋਟੈਂਸ਼ੀਅਲ ਜਿਹੜਾ ਹੈਗਾ ਯੂਜ਼ ਕਰ ਸਕੋ ਕਿਸੇ ਵੀ ਕੰਮ ਨੂੰ ਪਰਫਾਰਮ ਕਰਨ ਦੇ ਲਈ, ਠੀਕ ਹੈ। ਤਾਂ ਮੋਟੀਵੇਸ਼ਨ ਅੰਦਰ ਸਿੰਪਲੀ ਕੀਤਾ ਕੀ ਜਾ ਰਹੇਗਾ, ਮੈਨੇਜਰ ਜਿਹੜਾ ਹੈਗਾ, ਇੱਕ ਮਿੰਟ, ਮੈਨੇਜਰ tries to encourage employees to work according to their full potential, ठीक है। एक मैनेजर ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਆਪਣੇ EMPLOYEES ਨੂੰ ਕੀ ਕਰ ਸਕੇ, ਬੂਸਟ ਅਪ ਕਰ ਸਕੇ, ਪੰਪ ਅਪ ਕਰ ਸਕੇ, ਇੰਡਿਊਸ ਕਰ ਸਕੇ, ਸਟੀਮੂਲੇਟ ਕਰ ਸਕੇ ਕਿ ਉਹ ਆਪਣੇ ਵਰਕਰਸ ਤੋਂ ਕੀ ਕਰਾਵੇ, ਕੰਮ ਕਰਾਵੇ ਅਕੋਰਡਿੰਗ ਟੂ देयर ਫੁੱਲ ਪੋਟੈਂਸ਼ੀਅਲ, ਠੀਕ ਹੈ। ਤਾਂ ਇਸੀ ਨੂੰ ਆਪਾਂ ਨਾਮ ਦੇ ਦਿੰਦੇ ਹਾਂ ਮੋਟੀਵੇਸ਼ਨ ਦਾ ਨਾਮ ਦੇ ਦਿੰਦੇ ਹਾਂ, ਠੀਕ। ਹੁਣ ਮੋਟੀਵੇਸ਼ਨ ਦੀ ਇੰਪੋਰਟੈਂਸ ਕਿਉਂ ਹੈ ਜਾਂ ਮੋਟੀਵੇਸ਼ਨ ਇੰਨੀ ਜ਼ਿਆਦਾ ਜ਼ਰੂਰੀ ਕੀ ਹੈ ਆਪਣੀ ਆਰਗੇਨਾਈਜੇਸ਼ਨ ਦੀ। ਪਹਿਲਾ ਕੰਮ ਤਾਂ ਕੀ ਹੈ ਕਿ ਆਪਾਂ ਨੇ ਵਰਕਰਸ ਤੋਂ ਕੀ ਕਰਵਾਉਣਾ ਹੈ, ਹਾਈ ਲੈਵਲ ਪਰਫਾਰਮੈਂਸ ਨਿਕਲਵਾਉਣੀ ਹੈ। ਦੇਖਿਆ ਹੀ ਹੈ ਤੁਹਾਨੂੰ, ਅਗਰ ਤੁਹਾਨੂੰ ਬੂਸਟਅਪ ਕੀਤਾ ਜਾਂਦਾ, ਚਾਰਜਅਪ ਕੀਤਾ ਜਾਂਦਾ ਹੈਗਾ, ਤਾਂ ਜੋ ਕੰਮ ਪਹਿਲਾਂ ਤੁਸੀਂ ਨਹੀਂ ਕਰ ਪਾਉਂਦੇ ਹੁੰਦੇ ਉਹ ਵੀ ਤੁਸੀਂ ਕੰਮ ਜਿਹੜਾ ਹੈਗਾ ਚੰਗੇ ਤਰੀਕੇ ਨਾਲ ਕਰਨ ਲੱਗ ਪੈਂਦੇ ਹੋ। ਮਤਲਬ ਇੱਕ ਹੱਲਾਸ਼ੇਰੀ ਦੀ ਲੋੜ ਹੈ ਵੀ ਯਾਰ ਕੋਈ ਨਾ ਤੂੰ ਕਰ ਸਕਦਾ ਹੈਗਾ, ਤੂੰ ਬਸ ਆਪਣਾ ਜ਼ੋਰ ਲਗਾ, ਆਪਣਾ 100% ਐਫਰਟ ਲਗਾ, ਤੂੰ ਇਹ ਕੰਮ ਜਿਹੜਾ ਹੈਗਾ ਸਹੀ ਤਰੀਕੇ ਨਾਲ ਪਰਫਾਰਮ ਵੀ ਕਰ ਸਕਦਾ ਹੈਗਾ ਔਰ ਆਪਣੇ ਡਿਜ਼ਾਇਰਡ ਰਿਜ਼ਲਟਸ ਨੂੰ ਅਚੀਵ ਵੀ ਕਰ ਸਕਦਾ ਹੈ। ਜਿਵੇਂ ਐਟ ਪ੍ਰੈਜ਼ੈਂਟ ਤੁਹਾਡਾ ਗੋਲ ਕੀ ਹੈ ਕਿ ਬੋਰਡ ਐਗਜ਼ਾਮਸ ਨੂੰ ਤੁਹਾਨੇ ਫੋੜਨਾ, ਕਰੈਕ ਕਰਨਾ ਹੈਗਾ, ਤਾਂ ਆਪਣੇ ਆਪ ਨੂੰ ਮੋਟੀਵੇਟ ਕਰੋ, ਸੈਲਫ ਮੋਟੀਵੇਟ ਕਰੋ ਆਪਣੇ ਆਪ ਨੂੰ, ਠੀਕ ਹੈ ਨਾ, ਕਿ ਯਾਰ ਮੈਨੇ ਪੜ੍ਹਨਾ ਹੈਗਾ, ਮੇਰੇ ਮਾਂ-ਬਾਪ ਹੈਗੇ ਜਿਹੜੇ ਕਿ ਮੇਰੇ ਉੱਪਰ ਭਰੋਸਾ ਲਗਾ ਕੇ ਬੈਠੇ ਕਿ ਮੇਰਾ ਬੱਚਾ ਕੁਛ ਕਰੇਗਾ, ਤਾਂ ਉਹਨਾਂ ਦੀ ਉਮੀਦਾਂ 'ਤੇ ਤੁਹਾਨੂੰ ਖੜਾ ਉਤਰਨਾ ਹੈਗਾ, ਠੀਕ ਹੈ ਨਾ। ਤਾਂ ਆਪਣੇ ਆਪ ਨੂੰ ਖੁਦ ਨੂੰ ਤੁਹਾਨੂੰ ਮੋਟੀਵੇਟ ਕਰਨ ਦੀ ਲੋੜ ਹੈਗੀ ਤਾਂ ਕਿ ਤੁਸੀਂ ਆਪਣੀ 100% ਜਿਹੜੀ ਹੈਗੀ ਹੈ ਐਫਰਟਸ ਦੇ ਕੇ ਪਰਫਾਰਮੈਂਸ ਚੰਗੀ ਤਰੀਕੇ ਨਾਲ ਦੇਖੇ ਹੋ ਆਪਣੇ ਐਗਜ਼ਾਮਸ ਦੇ ਵਿੱਚ, ਠੀਕ ਹੈ। ਅਤੇ ਆਪਣੀ ਕੀ ਹੈ ਹਾਈ ਲੈਵਲ ਪਰਫਾਰਮੈਂਸਿਸ ਨੂੰ ਨਿਕਾਲਣ 'ਚ ਕੀ ਕਰਦਾ, ਹੈਲਪ ਕਰਦਾ ਹੈ। ਦੂਸਰਾ ਜੋਬ ਸੈਟਿਸਫੈਕਸ਼ਨ ਦਾ ਹੈਗੀ ਹੈ ਕਿਤੇ ਨਾ ਕਿਤੇ, ਕਿਸੇ ਵੀ ਆਰਗੇਨਾਈਜੇਸ਼ਨ 'ਚ ਅਗਰ ਮੈਂ ਕੰਮ ਕਰ ਰਿਹਾ ਹੈਗਾ ਜਿੱਥੇ ਮੈਨੂੰ ਮੋਟੀਵੇਟ ਕੀਤਾ ਜਾਂਦਾ ਹੈਗਾ ਕਿਸੇ ਵੀ ਤਰੀਕੇ ਨਾਲ, ਚਾਹੇ ਫਾਈਨੈਂਸ਼ੀਅਲ ਇਨਸੈਂਟਿਵਸ ਦੇ ਨਾਲ, ਚਾਹੇ ਨਾਨ ਫਾਈਨੈਂਸ਼ੀਅਲ ਇਨਸੈਂਟਿਵਸ ਦੇ ਨਾਲ, ਮੇਰੇ ਕੰਮ ਦੀ ਸਰਾਹਨਾ ਕੀਤੀ ਜਾਂਦੀ ਹੈਗੀ, 4 ਬੰਦੇ 'ਚ ਜਿਹੜੀ ਹੈਗੀ ਹੈ ਮੇਰੀ ਤਾਰੀਫ ਕੀਤੀ ਜਾਂਦੀ ਹੈਗੀ ਹੈ, ਅਤੇ ਇਹ ਚੀਜ਼ਾਂ ਮੈਨੂੰ ਪੰਪ ਅਪ ਕਰਦੀਆਂ, ਜਿਹਦੇ ਨਾਲ ਕੀ ਹੁੰਦਾ ਹੈਗਾ ਬੇਸਿਕਲੀ ਮੈਂ ਜਿਸ ਜਗ੍ਹਾ 'ਤੇ ਕੰਮ ਕਰ ਰਿਹਾ ਹੈਗਾ ਮੈਨੂੰ ਉੱਥੇ ਸੈਟਿਸਫੈਕਸ਼ਨ ਹੁੰਦੀ ਹੈ ਯਾਰ ਮੈਂ ਅੱਛੀ ਆਰਗੇਨਾਈਜੇਸ਼ਨ ਦਾ ਇੱਕ ਪਾਰਟ ਆ, ਠੀਕ ਹੈ ਨਾ। ਜੋਬ ਸੈਟਿਸਫੈਕਸ਼ਨ ਜਿਹੜੀ ਹੈਗੀ ਸਭ ਤੋਂ ਵਧੀਆ ਚੀਜ਼ ਰਹਿੰਦੀ ਹੈਗੀ ਹੈ, ਠੀਕ। ਹੁਣ ਇੱਕ ਚੀਜ਼ ਥੋੜ੍ਹੀ ਸਮਝ ਲੈਣਾ, ਪ੍ਰੋਸੈਸ ਕੀ ਹੈ ਮੋਟੀਵੇਸ਼ਨ ਦਾ, ਇਹ ਮੈਂ ਤਾਂ ਕਰਕੇ ਸਮਝਾ ਰਿਹਾ, ਜਸਟ ਰੀਡਿੰਗ ਪਰਪਸ ਵਾਸਤੇ ਧਿਆਨ ਰੱਖਣਾ, ਨਾਟ ਸੋ ਮਚ ਇੰਪੋਰਟੈਂਟ ਫॉर द एग्जाम्स, ਬਟ ਇੱਕ ਪ੍ਰੈਕਟੀਕਲ ਅਪਰੋਚ ਹੈ ਤਾਂ ਈਜ਼ੀਲੀ ਇਹ ਸਮਝਣਾ ਆਪਣੇ ਵਾਸਤੇ, ਅਗਰ ਪੇਪਰ 'ਚ ਆ ਵੀ ਗਿਆ ਤਾਂ ਲਿਖ ਲਾਂਗੇ ਈਜ਼ੀਲੀ ਆਪਾਂ, ਠੀਕ ਹੈ। ਦੇਖੋ ਸਭ ਤੋਂ ਪਹਿਲਾਂ ਹਰ ਇੱਕ ਇਨਸਾਨ ਦੀ ਕੀ ਹੁੰਦੀ ਹੈ, ਕੁਛ ਅਨਸੈਟਿਸਫਾਈਡ ਨੀਡਸ। ਹੁਣ ਜਿਵੇਂ ਐਟ ਪ੍ਰੈਜ਼ੈਂਟ ਤੁਹਾਡੀ ਸਭ ਤੋਂ ਬੜੀ ਜ਼ਰੂਰਤ ਕੀ ਹੈ ਕਿ ਸਰ ਬੋਰਡ ਐਗਜ਼ਾਮ ਦੇ ਵਿੱਚ ਵਧੀਆ ਪਰਸੈਂਟੇਜ ਆ ਜਾਣ, ਪੇਰੈਂਟਸ ਨੂੰ ਸਾਡੇ 'ਤੇ ਪ੍ਰਾਊਡ ਫੀਲ ਹੋਵੇ, ਠੀਕ ਹੈ ਨਾ। ਤਾਂ ਤੁਹਾਡੀ ਨੀਡ ਹੈ ਜਿਹੜੀ ਕਿ ਅਜੇ ਫੁੱਲਫਿਲ ਨਹੀਂ ਹੋਈ, ਤਾਂ ਅਨਸੈਟਿਸਫਾਈਡ ਨੀਡਸ ਹੈਗੀਆਂ ਤੁਹਾਡੀ। ਇਹਨਾਂ ਅਨਸੈਟਿਸਫਾਈਡ ਨੀਡਸ ਦੇ ਚੱਕਰ ਦੇ ਵਿੱਚ ਤੁਹਾਨੂੰ ਕੀ ਹੁੰਦੀ ਹੈ, ਟੈਨਸ਼ਨ ਪੈ ਰਹੀ ਹੈ ਨਾ, ਸਟ੍ਰੈਸ ਆ ਰਿਹਾ ਦਿਮਾਗ 'ਤੇ ਕਿ ਸਰ ਬੋਰਡ ਐਗਜ਼ਾਮ ਨੀਅਰ ਆਉਂਦੇ ਜਾ ਰਹੇ ਹੈਗੇ, ਤਿਆਰੀ ਜਿਹੜੀ ਹੈਗੀ ਹੈ ਕੀਤੀ ਤਾਂ ਹੈਗੀ ਹੈ, ਬਟ ਫਿਰ ਵੀ ਇੱਕ ਡਰ ਜਿਹਾ ਲੱਗਿਆ ਹੋਏਗਾ ਕੀ ਬਣੇਗਾ ਕੀ ਨਹੀਂ ਬਣੇਗਾ, ਤਾਂ ਇੱਕ ਡਰ ਦਾ ਮਾਹੌਲ ਰਹਿੰਦਾ। ਔਰ ਇਹ ਡਰ ਜਿਹੜਾ ਹੈਗਾ ਕਿਸ ਨੂੰ ਕ੍ਰੀਏਟ ਕਰਦਾ, ਡਰਾਈਵ, ਮਤਲਬ ਆਪਾਂ ਨੂੰ ਅੰਦਰੋਂ ਕੁਛ ਨਾ ਕੁਛ ਕਰਨ ਵਾਸਤੇ ਮਜਬੂਰ ਕਰਦਾ ਕਿ ਯਾਰ ਇਸ ਟੈਨਸ਼ਨ ਨੂੰ ਆਪਾਂ ਦੂਰ ਕਰੀਏ, ਪੜ੍ਹੀਏ ਹੁਣ, ਠੀਕ ਹੈ। ਹੁਣ ਇਸ ਪੜ੍ਹਾਈ ਨੂੰ ਕਰਨ ਦੇ ਲਈ ਆਪਾਂ ਕੀ ਕਰਦੇ ਹੈਗੇ, ਸਰਚ ਕਰਦੇ ਹੈਗੇ, ਤਾਂ ਆਪਣਾ ਸਰਚ ਬਿਹੇਵੀਅਰ ਜਿਹੜਾ ਹੈਗਾ ਚਾਲੂ ਹੋ ਜਾਂਦਾ ਹੈਗਾ। ਗੂਗਲ ਖੋਲ੍ਹਦੇ ਹਾਂ, ਨੋਟ ਸਰਚ ਕਰਦੇ ਹੈਗੇ ਆ, ਯੂਟਿਊਬ ਖੋਲ੍ਹਦੇ, ਵੀਡੀਓਜ਼ ਲੱਭਣ ਦੀ ਕੋਸ਼ਿਸ਼ ਕਰਦੇ, ਇੰਪੋਰਟੈਂਟ ਕੁਐਸਚਨਸ ਪ੍ਰੀਵੀਅਸ ਈਅਰਸ ਸਭ ਕੁਛ, ਠੀਕ ਹੈ ਨਾ। ਅਤੇ ਆਪਣਾ ਕਿਸੇ ਦੇ ਵਿੱਚ ਇੰਕਲੂਡ ਹੁੰਦਾ ਸਰਚ ਬਿਹੇਵੀਅਰ ਦੇ ਅੰਦਰ। ਫਿਰ ਇਸ ਤੋਂ ਬਾਅਦ ਜਦੋਂ ਕੁਛ ਮਿਲ ਜਾਂਦਾ ਵਧੀਆ ਤਾਂ ਸੈਟਿਸਫੈਕਸ਼ਨ, ਐਂਡ ਅਲਟੀਮੇਟਲੀ ਲਾਸਟ 'ਚ ਆਪਣੀ ਨੀਡਸ ਕੀ ਹੋ ਜਾਂਦੀ ਹੈ, ਸੈਟਿਸਫਾਈ।
ਰਿਜ਼ਲਟ ਆ ਗਿਆ, ਜੋ ਟਾਰਗੇਟ ਰੱਖਿਆ ਸੀਗਾ ਅਗਰ ਉਹ ਅਚੀਵ ਹੋ ਗਿਆ ਤਾਂ ਆਟੋਮੈਟਿਕਲੀ ਆਪਣੀ ਨੀਡਸ ਕੀ ਹੋ ਚੁੱਕੀਆਂ, ਫੁੱਲਫਿਲ ਹੋ ਚੁੱਕੀਆਂ। ਠੀਕ। ਬਾਕੀ ਮੋਟੀਵੇਸ਼ਨ ਜਿਹੜੀ ਹੈਗੀ ਹੈ ਦੋਨੋਂ ਤਰੀਕੇ ਦੀ ਹੋ ਸਕਦੀ ਹੈ, ਪੋਜ਼ੀਟਿਵ ਵੀ ਹੋ ਸਕਦੀ ਹੈ ਔਰ ਨੈਗੇਟਿਵ ਵੀ ਹੋ ਸਕਦੀ ਹੈ। ਠੀਕ ਹੈ, 4 ਬੰਦੇ ਤੁਹਾਡੀ ਤਾਰੀਫ ਕਰ ਰਹੇ ਹੈਗਾ, ਤੁਹਾਡੀ ਸੈਲਰੀ ਇੰਕਰੀਮੈਂਟ ਹੋ ਰਹੀ ਹੈਗੀ ਹੈ, ਦੈਟ ਵਿਲ ਗਿਵ ਯੂ ਅ ਪੋਜ਼ੀਟਿਵ ਮੋਟੀਵੇਸ਼ਨ। ਜਿਸ ਪੋਜੀਸ਼ਨ 'ਤੇ ਤੁਸੀਂ ਕੰਮ ਕਰ ਰਹੇ ਹੋ, ਅਗਰ ਮੈਂ ਤੁਹਾਨੂੰ ਉਸ ਤੋਂ ਚੱਕ ਕੇ ਨਿਚਲੀ ਪੋਜੀਸ਼ਨ 'ਤੇ ਬਿਠਾ ਦਿੱਤਾ, ਤਾਂ ਡਿਮੋਸ਼ਨ ਕਰ ਦਿੱਤਾ ਮੈंने, ਤੁਹਾਡਾ ਸੈਲਰੀ ਕੱਟ ਕਰ ਰਹੇ ਹੈਗੇ ਤੁਹਾਡੀ, ਮੈਂ 4 ਬੰਦੇ ਤੁਹਾਡੀ ਬਦਨਾਮੀ ਕਰ ਰਹੇ ਹੈਗਾ, ਤਾਂ ਬੇਸਿਕਲੀ ਕੀ ਕਰਦੀ ਹੈਗੀ ਹੈ, ਨੈਗੇਟਿਵ ਇੰਪੈਕਟ ਪਾਉਂਦੀ ਹੈਗੀ ਹੈ, ਤਾਂ ਉਹ ਕੀ ਇੱਕ ਤਰ੍ਹਾਂ ਦੀ ਨੈਗੇਟਿਵ ਮੋਟੀਵੇਸ਼ਨ ਹੈਗੀ ਹੈ। ਨੈਕਸਟ ਇਸ ਤੋਂ ਬਾਅਦ ਇੱਕ ਮੇਨ ਟੌਪਿਕ ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਇਸ ਵਾਰ ਦੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਹੈ, ਮੈਸਲੋਜ਼ ਨੀਡ ਆਫ ਹਾਇਰਾਰਕੀ। ਠੀਕ ਹੈ, ਐਬਰਾਹਮ ਮੈਸਲੋ ਹੈ ਆਪਣੇ ਕੋਲ ਬੰਦੇ ਦਾ ਨਾਮ, ਜਿਸਨੇ ਥਿਊਰੀ ਦਿੱਤੀ ਹੋਈ ਹੈ। ਤਾਂ ਉਸਨੇ ਬੇਸਿਕਲੀ ਕੀ ਕੀਤਾ ਹੈਗਾ, ਹਿਊਮਨ ਨੀਡਸ ਨੂੰ ਕੁਝ ਪੈਰਾਮੀਟਰਸ ਦੇ ਉੱਪਰ ਕੀ ਕੀਤਾ ਹੈਗਾ, ਡਿਫਰੈਂਸ਼ੀਏਟ ਕੀਤਾ ਹੈਗਾ, ਜਾਂ ਆਪਾਂ ਕਹਿ ਸਕਦੇ ਕਿ ਕੁਝ ਪੈਰਾਮੀਟਰਸ 'ਚ ਕੀ ਕੀਤਾ ਹੈਗਾ, ਉਸਨੂੰ ਵੰਡਿਆ। ਠੀਕ ਹੈ, ਤਾਂ ਬੇਸਿਕਲੀ ਇਹ ਪੈਰਾਮੀਟਰਸ ਕੀ ਹੈ, ਤਾਂ ਉਹਦੇ ਅਕੋਰਡਿੰਗ ਅਗਰ ਇਨਸਾਨ ਦੀਆਂ ਇਹ ਜ਼ਰੂਰਤਾਂ ਪੂਰੀ ਹੁੰਦੀਆਂ ਜਾਣਗੀਆਂ, ਠੀਕ ਹੈ, ਤਾਂ ਆਟੋਮੈਟਿਕਲੀ ਹੁੰਦਾ ਜਾਏਗਾ, ਮੋਟੀਵੇਟ ਹੁੰਦਾ ਜਾਏਗਾ ਉਹ। ਤਾਂ ਇਹ ਨੀਡਸ ਬੇਸਿਕਲੀ ਕੈਟਾਗਰੀਜ਼ ਹੈਗੀਆਂ 5 ਹਿੱਸਿਆਂ 'ਚ, ਕੁਝ ਫਿਜ਼ੀਓਲੋਜੀਕਲ ਨੀਡਸ, ਕੁਝ ਸੇਫਟੀ ਨੀਡਸ, कुछ अगर अपन लगा के देखिए तो सोशल नीड्स हैं, कुछ एस्टीम नीड्स हैं और कुछ सेल्फ एक्चुअलाइजेशन नीड्स हैं। तो फिजियोलॉजिकल, साइकोलॉजिकल नहीं है, ध्यान रखियो, फिजियोलॉजिकल नीड्स हैं। ठीक है, इस तो अलावा अपनी सेफ्टी नीड्स, सोशल नीड्स, एस्टीम नीड्स एंड सेल्फ एक्चुअलाइजेशन नीड्स। ठीक है, मतलब इंसान की जरूरतें एक बहुत बड़ा रोल प्ले करती है उसको मोटिवेट करने च। तो इन्हें नीड्स में कैटेगराइज किया गया 5 कैटेगरीज अंदर। सब तो पहले है फिजियोलॉजिकल नीड्स, एक ही है बेसिक नेसेसिटीज ऑफ ह्यूमन लाइफ। ठीक है, जिमें रोटी कपड़ा मकान, फूड क्लोथ एंड शेल्टर। ठीक है, हम तुसी कॉमन जी एग्जाम्पल लेके चलो, मान लो तुसी 2 दिन तो कुछ खाया पिया नहीं है, भुखे भाने हो। हुण अगर मैं तुहानूं कहना कि अज दी डेट यार मेरा ना छोटा जिहा काम कर दे, मैं तैनूं 200 रुपये दे दांगा, तू जाके रोटी रूटी खा ली अपनी। ठीक है ना, तो हुण तुहानूं भुख लगी हुई है तो तुसी तुरंत तैयार हो जाओगे मेरा काम करने वास्ते, क्योंकि तुहानूं उहदे बदले की मिलेंगे, पैसे मिलेंगे, और उन्हां पैसे नाल तुसीं अपना पेट की कर सकदे हो, भर सकदे हैगे हो। तो हुण मोटिवेशन मिली ना कि यार काम कर देंगे, पैसे मिल जाएंगे, और उहदे नाल अपना पेट की कर लांगे, ਆਪਾਂ भर लांगे। ठीक, तो बेसिकली इंसान की बेसिक जरूरतां जिहड़ी हैगियां उन्हां नूं पूरा करन दे लई पेट बहुत बड़ी, अगर आपां लगा के देखीए तो ਜ਼ਰੂਰੀ ਚੀਜ਼ ਹੈਗੀ ਹੈ, ਜਿਸ ਨੂੰ ਭਰਨਾ ਬਹੁਤ ਜ਼ਿਆਦਾ ਕੀ ਹੈ, ਅਸੈਂਸ਼ੀਅਲ ਹੈਗਾ। ਅਤੇ ਇਸ ਪੇਟ ਦੇ ਚੱਕਰ 'ਚ ਸਾਰੇ ਕੰਮ ਹੁੰਦੇ ਹੈਗੇ, ਅਗਰ ਆਪਾਂ ਲਗਾ ਕੇ ਦੇਖੀਏ। ਠੀਕ ਹੈ ਨਾ, ਤਾਂ ਆਪਣਾ ਪੇਟ ਭਰਨਾ, ਇੱਕ ਛੱਤ ਹੋਵੇ ਜਿਹਦੇ ਥੱਲੇ ਜਿਹੜਾ ਹੈਗਾ ਆਪਾਂ ਆਰਾਮ ਨਾਲ ਸਕੂਨ ਨਾਲ ਜਿਹੜੇ ਹੈਗਾ ਆਪਣੀ ਜ਼ਿੰਦਗੀ ਜੀ ਸਕੀਏ, ਪਹਿਨਣ ਵਾਸਤੇ ਕੱਪੜੇ ਹੋਣ, ਤਾਂ ਇਹਨਾਂ ਚੀਜ਼ਾਂ ਪਿੱਛੇ ਆਪਾਂ ਹੀ ਕਰਦੇ ਹੈਗੇ। ਇਹ ਜਿਹੜੀ ਹੈਗੀ ਹੈ ਹਾਸਿਲ ਕਰਨ ਦੇ ਲਈ ਆਪਾਂ ਆਪਣੇ ਐਫਰਟਸ ਲਗਾਉਂਦੇ ਹੈਗੇ। ਠੀਕ ਹੈ ਨਾ, ਤਾਂ ਹਿਊਮਨ ਬੀਇੰਗ ਦੇ ਐਫਰਟਸ ਜਿਹੜੇ ਹੈਗੇ ਸਭ ਤੋਂ ਪਹਿਲਾਂ ਕਿਸ ਚੀਜ਼ ਵਾਸਤੇ ਹੁੰਦੇ ਹੈਗੇ, ਆਪਣੀ ਬੇਸਿਕ ਨੈਸੈਸਿਟੀਜ਼ ਨੂੰ ਫੁਲਫਿਲ ਕਰਨ ਦੇ ਲਈ। ਤਾਂ ਉਹਨਾਂ ਬੇਸਿਕ ਨੈਸੈਸਿਟੀਜ਼ ਨੂੰ ਫੁਲਫਿਲ ਕਰਨ ਵਾਸਤੇ ਅਗਰ ਮੈਨੂੰ ਕੋਈ ਚੀਜ਼ ਦਿਖੇਗੀ ਤਾਂ ਮੈਂ ਓਬਵੀਅਸ ਜੀ ਗੱਲ ਹੈ ਉਸਨੂੰ ਕਰਨ ਦੀ ਕੋਸ਼ਿਸ਼ ਕਰਾਂਗਾ। ਠੀਕ ਹੈ, ਸੋ ਮੇਨ ਪਹਿਲਾ ਪਾਰਟ ਕਿਸ ਚੀਜ਼ ਹੈ, ਟੂ ਫੁਲਫਿਲ ਆਰ ਫਿਜ਼ੀਓਲੋਜੀਕਲ ਨੀਡਸ। ਠੀਕ ਹੈ, ਚਲੋ ਨੈਕਸਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਣੀ ਸੇਫਟੀ ਨੀਡਸ ਹੈਗੀ ਹੈ। ਹੁਣ ਇਹ ਜਿਹੜਾ ਆਪਾਂ ਨੂੰ ਖਾਣਾ ਮਿਲ ਰਿਹਾ ਹੈਗਾ, ਜੋ ਆਪਾਂ ਨੂੰ ਪਹਿਨਣ ਨੂੰ ਕੱਪੜੇ ਮਿਲ ਰਹੇ ਹੈਗੇ, ਜੋ ਛੱਤ ਆਪਾਂ ਨੂੰ ਮਿਲੀ ਹੋਈ ਹੈਗੀ ਹੈ, ਆਪਾਂ ਨੂੰ ਅੱਜ ਵਾਸਤੇ ਨਹੀਂ ਚਾਹੀਦੀ ਗੱਲ, ਇਹ ਆਪਾਂ ਨੂੰ ਫਿਊਚਰ ਦੇ ਲਈ ਵੀ ਚਾਹੀਦੀ ਹੈਗੀ ਹੈ। ਠੀਕ ਹੈ ਨਾ, ਤਾਂ ਫਿਊਚਰ ਦੇ ਲਈ ਅਗਰ ਆਪਾਂ ਨੂੰ ਇੰਸ਼ੋਰਿਟੀ ਕਰਨੀ ਹੈ ਕਿ ਚੀਜ਼ਾਂ ਆਪਾਂ ਨੂੰ ਮਿਲਦੀਆਂ ਰਹਿਣ, ਤਾਂ ਸਭ ਤੋਂ ਪਹਿਲਾਂ अपनी की होनी ज़रूरी है, इकनॉमिक सिक्योरिटी। ठीक है ना, मतलब पैसे पक्षों अगर आप लगा के देखिए तो आप होने चाहिए, मजबूत होने चाहिए। तो इकनॉमिक सिक्योरिटी कदों होएगी, जो अपनी कोल होएगी परमानेंट जॉब। ठीक है ना, और अगर इकनॉमिक सिक्योरिटी होएगी तो ही अगर आप लगा के देखिए तो अपनी फिजिकल सिक्योरिटी, मतलब अपने आप की कर पावे, बीमारियों तो बचा पावे, अच्छा खाना वगैरह खा पी के। ठीक है ना, अपने आप स्ट्रॉन्ग बना सकेंगे आप। ठीक, सो ये अपनी किस कवर होंगी है, सेफ्टी नीड्स के अंदर। नैक्सट अपनी जी नीड हैगी वो हैगी अपनी सोशल नीड, दैट मीनस लव एंड अफैक्शन। ਹੁਣ देखो ਆਪਾਂ ਕੀ ਹੈ ਕਿ ਸੋਸ਼ਲ ਬੀਇੰਗ ਆ, ਆਪਾਂ ਕੋਈ ਮਸ਼ੀਨ ਤਾਂ ਹੈ ਨਹੀਂ ਜਿਹੜੇ ਇਕੱਲੇ 'ਚ ਰਹਿੰਦੇ ਆਪਾਂ ਇੱਕ ਗਰੁੱਪ ਦੇ ਅੰਦਰ ਰਹਿੰਦੇ ਹੈਗੇ ਆ। ਔਰ ਜਿੱਥੇ ਮੈਂ ਕੰਮ ਕਰ ਰਿਹਾ ਹੈਗਾ ਜਾਂ ਜਿਸ ਆਰਗੇਨਾਈਜੇਸ਼ਨ 'ਚ ਮੈਂ ਕੰਮ ਕਰ ਰਿਹਾ ਉਹ ਵੀ ਸਾਰੀ ਹਿਊਮਨ ਬੀਇੰਗਸ ਨਾਲ ਮਿਲ ਕੇ ਬਣੀ ਹੈਗੀ ਹੈ। ਤਾਂ ਉਸ ਆਰਗੇਨਾਈਜੇਸ਼ਨ ਦੇ ਵਿੱਚ ਅਗਰ ਮੈਨੂੰ ਪਿਆਰ ਨਾ ਮਿਲੇ,
ਜਾਂ ਫਿਰ ਮੇਰੇ ਨਾਲ ਕੋਈ ਐਸਾ ਕੰਪੈਨੀਅਨ ਨਾ ਹੋਵੇ ਜਿਹਦੇ ਨਾਲ ਮੈਂ ਕੀ ਕਰ ਸਕਾਂ, ਗੱਲਬਾਤ ਕਰ ਸਕਾਂ, ਕਮਿਊਨੀਕੇਟ ਕਰ ਸਕਾਂ, ਆਪਣੇ ਜੋ ਗਰੀਫਸ ਹੈਗੇ ਹੈ ਜਾਂ ਆਪਣੇ ਜੋਇਸ ਹੈਗੇ ਉਹਨਾਂ ਨੂੰ ਸ਼ੇਅਰ ਕਰ ਸਕਾਂ। ਤਾਂ ਐਸੀ ਜ਼ਿੰਦਗੀ ਕੌਣ ਜੀਣਾ ਚਾਹੇਗਾ? ਕੋਈ ਵੀ ਨਹੀਂ। ਅਗਰ ਮੇਰੇ ਕੋਲ ਪੈਸਾ ਵੀ ਹੈ ਦੁਨੀਆ ਭਰ ਦਾ, ਪਰ ਮੇਰੇ ਕੋਲ ਗੱਲ ਕਰਨ ਵਾਸਤੇ ਜਾਂ ਫਿਰ ਮੇਰੇ ਨਾਲ ਪਿਆਰ ਨਾਲ ਗੱਲ ਕਰਨ ਵਾਸਤੇ ਜਾਂ ਫਿਰ ਮੇਰੇ ਨਾਲ ਆਪਣੇ ਥੋਟ ਸ਼ੇਅਰ ਕਰਨ ਵਾਸਤੇ ਕੋਈ ਬੰਦਾ ਨਹੀਂ ਹੈ, ਤਾਂ ਮੈਂ ਐਸੀ ਜ਼ਿੰਦਗੀ ਕਦੇ ਨਹੀਂ ਜੀਣਾ ਚਾਹੂੰਗਾ। ਠੀਕ ਹੈ ਨਾ? ਤਾਂ ਇਨਸਾਨ ਜਿਹੜਾ ਹੈਗਾ ਇੱਕ ਸੋਸ਼ਲ ਬੀਇੰਗ ਹੋਣ ਦੇ ਕਾਰਨ ਕੀ ਰੱਖਦਾ, ਆਪਣੀ ਕੁਝ ਸੋਸ਼ਲ ਨੀਡਸ ਰੱਖਦਾ ਹੈਗਾ, ਔਰ ਇਹ ਸੋਸ਼ਲ ਨੀਡਸ ਵੀ ਜਿਹੜੀ ਹੈਗੀ ਫੁੱਲਫਿਲ ਹੋਣੀ ਹੈਗੀ ਹੈ, ਜ਼ਰੂਰੀ ਹੈਗੀ ਹੈ, ਜਿਹੜੀ ਕਿ ਉਸਨੂੰ ਕੀ ਕਰਨਗੀਆਂ, ਮੋਟੀਵੇਟ ਕਰਨਗੀਆਂ। ਹੁਣ ਅਗਰ ਤੁਹਾਡੇ ਕੋਲ ਕੋਈ ਐਸਾ ਵਿਅਕਤੀ ਹੋਏਗਾ ਜਿਹਦਾ ਤੁਸੀਂ ਆਪਣੀ ਸਾਰੀ ਪ੍ਰੋਬਲਮਸ ਨੂੰ ਸ਼ੇਅਰ ਕਰ ਸਕੋ, ਉਹਦੇ ਨਾਲ ਆਪਣੇ ਐਡਵਾਈਸਿਸ ਸ਼ੇਅਰ ਕਰ ਸਕੋ, ਥੋਟ ਸ਼ੇਅਰ ਕਰ ਸਕੋ, ਤਾਂ ਹੀ ਤੁਹਾਨੂੰ ਜ਼ਿੰਦਗੀ ਜੀਣ ਦਾ ਮਜ਼ਾ ਆਏਗਾ ਨਾ। ਠੀਕ। ਉਸ ਤੋਂ ਬਾਅਦ ਸੇਫ ਐਸਟੀਮ ਨੀਡਸ। ਐਸਟੀਮ ਨੀਡਸ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਰਿਸਪੈਕਟ ਐਂਡ ਰਿਕਗਨੀਸ਼ਨ। ਜਿਸ ਜਗ੍ਹਾ 'ਤੇ ਮੈਂ ਕੰਮ ਕਰ ਰਿਹਾ ਹੈਗਾ ਉੱਥੇ ਮੈਨੂੰ ਪ੍ਰੋਪਰ ਮਾਨ ਸਨਮਾਨ ਮਿਲੇ, ਠੀਕ ਹੈ ਨਾ, ਇੱਕ ਨਾਮ ਹੋਵੇ, ਮੇਰਾ ਰੁਤਬਾ ਹੋਵੇ ਸਮਾਜ ਦੇ ਅੰਦਰ, ਤਾਂ ਹਰ ਇੱਕ ਵਿਅਕਤੀ ਇਹ ਚੀਜ਼ ਚਾਹੁੰਦਾ ਹੈ। ਪਰ ਧਿਆਨ ਰੱਖਣਾ, ਇਹਨਾਂ ਨੀਡਸ ਨੂੰ ਇਸ ਤਰੀਕੇ ਨਾਲ ਸੈਟ ਆਊਟ ਕੀਤਾ ਗਿਆ ਕਿ ਪਹਿਲਾਂ ਇਹ ਪੂਰੀਆਂ ਹੋਣੀਆਂ ਜ਼ਰੂਰੀ ਹੈ, ਫਿਰ ਉਸ ਤੋਂ ਬਾਅਦ ਇਨਸਾਨ ਉਰੇ ਭੱਜੇਗਾ, ਫਿਰ ਉਰੇ ਆਏਗਾ, ਫਿਰ ਉਸ ਤੋਂ ਬਾਅਦ ਉਰੇ ਆਏਗਾ। ਹੁਣ ਅਗਰ ਖਾਣ ਵਾਸਤੇ ਰੋਟੀ ਹੀ ਨਹੀਂ ਹੈ ਤਾਂ ਸਮਾਜ ਦੀ ਇੱਜ਼ਤ ਤੋਂ ਮੈंने ਕਿਆ ਲੈਣਾ? ਠੀਕ ਹੈ ਨਾ? ਇੱਜ਼ਤ ਥੋੜੀ ਮੇਰਾ ਪੇਟ ਭਰ ਸਕਦੀ ਹੈਗੀ ਹੈ। ਠੀਕ ਹੈ ਨਾ? ਤਾਂ ਹਿਰਾਰਕੀ ਇੱਕ ਤਰ੍ਹਾਂ ਦੀ ਹੈ। ਤਾਂ ਇਸੀ ਹਿਰਾਰਕੀ ਦੇ ਵਿੱਚ ਇਹਨਾਂ ਨੀਡਸ ਨੂੰ ਕੀਤਾ ਗਿਆ, ਸੈੱਟ ਕੀਤਾ ਗਿਆ। ਠੀਕ ਹੈ ਨਾ? ਤਾਂ ਸਟੀਮ ਨੀਡਸ ਕਿਹਦੇ ਵਿੱਚ ਆਉਂਦੀ ਹੈ? ਸਟੀਮ ਨੀਡਸ ਕੀ ਕਵਰ ਕਰਦੀ ਹੈ? ਰਿਸਪੈਕਟ ਐਂਡ ਰਿਕਗਨੀਸ਼ਨ। ਜਿਸ ਗਰੁੱਪ 'ਚ ਮੈਂ ਕੰਮ ਕਰ ਰਿਹਾ ਹੈਗਾ, ਉਸ ਗਰੁੱਪ ਦੇ ਅੰਦਰ ਜਿੰਨੇ ਵੀ ਮੈਂਬਰਸ ਹੈਗੇ ਆ ਉਹ ਮੈਨੂੰ ਰਿਸਪੈਕਟ ਦੇਣ। ਅਗਰ ਮੈਂ ਡੈਜ਼ਿਗਨੇਸ਼ਨ 'ਚ ਉਹਨਾਂ ਦਾ ਬੜਾ ਹੈਗਾ ਤਾਂ ਮੈਨੂੰ ਪ੍ਰੋਪਰਲੀ ਵਿਸ਼ ਕਰਨ। ਠੀਕ ਹੈ ਨਾ? ਮੇਰੀ ਡੈਜ਼ਿਗਨੇਸ਼ਨ ਦੇ ਅਕੋਰਡਿੰਗ। ਇਹ ਚੀਜ਼ਾਂ ਕਿਸ 'ਚ ਆਉਂਦੀਆਂ? ਆਪਣੀ ਐਸਟੀਮ ਨੀਡਸ ਦੇ ਅੰਦਰ। ਐਂਡ ਲਾਸਟਲੀ ਅਗਰ ਆਪਾਂ ਲਗਾ ਕੇ ਦੇਖੀਏ, ਆਪਣੀ ਸੈਲਫ ਐਕਚੁਅਲਾਈਜੇਸ਼ਨ ਨੀਡਸ। ਬੇਸਿਕਲੀ ਹਰ ਇੱਕ ਇਨਸਾਨ ਨੇ ਆਪਣੀ ਜ਼ਿੰਦਗੀ 'ਚ ਕੁਛ ਕੀ ਕੀਤੇ ਹੁੰਦੇ, ਏਮ ਸੈੱਟ ਆਊਟ ਕੀਤੇ ਹੁੰਦੇ ਹੈਗੇ ਆ। ਤਾਂ ਹੁਣ ਵਾਰੀ ਕਿਸ ਚੀਜ਼ ਦੀ ਆ? ਉਹਨਾਂ ਏਮਸ ਨੂੰ ਸੈਟਿਸਫਾਈ ਕਰਨ ਦੀ ਜਾਂ ਫੁੱਲਫਿਲ ਕਰਨ ਦੀ। ਤਾਂ ਇਹਨਾਂ ਏਮਸ ਨੂੰ ਫੁੱਲਫਿਲ ਕਰਨ ਦੇ ਲਈ ਜੋ ਵੀ ਮੇਰੇ ਅੰਦਰ ਜਿਹੜੀ ਹੈਗੀ ਕਿਉਰਿਓਸਿਟੀ ਹੈਗੀ ਹੈ, ਉਹਦੇ ਰਿਗਾਰਡਿੰਗ ਜਦੋਂ ਆਪਾਂ ਕੀ ਕਰਦੇ ਹਾਂ, ਐਫਰਟਸ ਲਗਾਉਂਦੇ ਹੈਗੇ ਹਨ, ਤਾਂ ਉਹ ਕਿਹਦਾ ਪਾਰਟ ਬਣਦਾ? ਸੈਲਫ ਐਕਚੁਅਲਾਈਜੇਸ਼ਨ ਨੀਡਸ ਦਾ ਪਾਰਟ ਬਣਦਾ ਹੈ। ਹੁਣ ਜੇ ਫॉर ਐਗਜ਼ਾਮਪਲ ਕੋਈ ਵਿਅਕਤੀ ਸੀਗਾ ਜਿਹੜਾ ਕਿ ਚਾਹੁੰਦਾ ਸੀਗਾ ਕਿ ਅਗਰ ਮੈਂ ਸਕਸੈਸਫੁਲ ਐਂਟਰਪ੍ਰੀਨਰ ਬਣ ਜਾਵਾਂਗਾ, ਉਸ ਤੋਂ ਬਾਅਦ ਮੈਂ ਹੈਲਪ ਕਰਾਂਗਾ ਨਿਊ ਐਂਟਰਪ੍ਰੀਨਰਸ ਨੂੰ ਮਾਰਕੀਟ 'ਚ ਗਰੋ ਅਪ ਹੋਣ 'ਚ। ਤਾਂ ਹੁਣ ਮੰਨ ਲਓ ਕਿ ਉਹ ਅਗਰ ਕੀ ਬਣ ਚੁੱਕਾ, ਮਾਰਕੀਟ ਦਾ ਸਕਸੈਸਫੁਲ ਐਂਟਰਪ੍ਰੀਨਰ ਬਣ ਚੁੱਕਿਆ ਹੈਗਾ, ਤਾਂ ਹੁਣ ਉਹਦੀ ਨੀਡ ਕੀ ਸੀ? ਉਹਦਾ ਮੇਨ ਏਮ ਕੀ ਸੀਗਾ ਕਿ ਉਸਨੇ ਆਪਣੇ ਹੀ ਵਰਗੇ ਸਟਰਗਲਰਸ ਦੀ ਕਰਨੀ ਹੈ, ਹੈਲਪ ਕਰਨੀ ਹੈਗੀ ਹੈ। ਤਾਂ ਹੁਣ ਉਹ ਆਪਣੇ ਐਫਰਟਸ ਲਗਾ ਰਿਹਾ ਉਹਨਾਂ ਚੀਜ਼ਾਂ ਦੇ ਲਈ। ਦੈਟ ਇਜ਼ ਅ ਪਾਰਟ ਆਫ ਅ ਸੈਲਫ ਐਕਚੁਅਲਾਈਜੇਸ਼ਨ ਨੀਡਸ। ਠੀਕ ਹੈ ਨਾ? ਸੋ ਇਹ ਕੀ ਆਪਣੀ ਮੈਸਲੋਜ਼ ਨੀਡ ਆਫ ਹਿਰਾਰਕੀ, ਜਿਹਦੇ ਅੰਦਰ ਐਬਰਾਹਮ ਮੈਸਲੋ ਨੇ ਇਨਸਾਨ ਦੀ ਜ਼ਰੂਰਤਾਂ ਦੇ ਅਕੋਰਡਿੰਗ ਕੀ ਦਿੱਤੇ ਆਪਾਂ ਨੂੰ, ਕੁਛ ਨੀਡਸ ਦਿੱਤੀ ਹੋਈਆਂ, ਔਰ ਇਹਨਾਂ ਨੀਡਸ ਨੂੰ ਅਗਰ ਉਹ ਸੈਟਿਸਫਾਈ ਕਰਦਾ ਜਾਏਗਾ ਤਾਂ ਆਟੋਮੈਟਿਕਲੀ ਉਹ ਕੀ ਹੁੰਦਾ ਜਾਏਗਾ? ਮੋਟੀਵੇਟ ਹੁੰਦਾ ਜਾਏਗਾ। ਠੀਕ ਹੈ ਨਾ? ਜਾਂ ਫਿਰ ਇਹੀ ਨੀਡਸ ਜਿਹੜੀ ਹੈਗੀ ਉਸਨੂੰ ਆਪਾਂ ਨੂੰ ਹੈਲਪ ਕਰੇਂਗੇ ਉਸਨੂੰ ਮੋਟੀਵੇਟ ਕਰਨ 'ਚ। ਜਾਂ ਤਾਂ ਉਹਨੂੰ ਆਪਾਂ ਫਾਈਨੈਂਸ਼ੀਅਲ ਇਨਸੈਂਟਿਵਸ ਦੇਵਾਂਗੇ ਜਾਂ ਫਿਰ ਨਾਨ ਫਾਈਨੈਂਸ਼ੀਅਲ ਇਨਸੈਂਟਿਵਸ ਦੇਵਾਂਗੇ। ਠੀਕ ਹੈ ਨਾ? ਉਹ ਆਪਾਂ ਦੇਖਦੇ ਹਾਂ ਹੁਣ ਲਾਸਟ ਪਾਰਟ ਇਸ ਟੌਪਿਕ ਦਾ ਆਪਣੇ ਕੋਲ, ਇਨਸੈਂਟਿਵਸ। ਇਨਸੈਂਟਿਵਸ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੀ ਹੈ? ਟੂਲਸ ਵਿਚ ਹੈਲਪਸ ਇਨ ਮੋਟੀਵੇਟਿੰਗ। ਠੀਕ ਹੈ ਨਾ? ਮੋਟੀਵੇਟ ਕਰਨ ਦੇ ਲਈ ਟੂਲਸ ਹੈ ਜਿਹੜੇ ਕਿ ਹੈਲਪ ਕਰਨਗੇ ਆਪਾਂ ਨੂੰ ਮਤਲਬ ਆਰਗੇਨਾਈਜੇਸ਼ਨ ਨੂੰ। ਦੋ ਤਰੀਕੇ ਦੇ ਇਨਸੈਂਟਿਵਸ ਹੁੰਦੇ, ਕੁਛ ਫਾਈਨੈਂਸ਼ੀਅਲ ਹੁੰਦੇ, ਕੁਛ ਅਗਰ ਆਪਾਂ ਲਗਾ ਕੇ ਦੇਖੀਏ ਨਾਨ ਫਾਈਨੈਂਸ਼ੀਅਲ ਹੁੰਦੇ। ਠੀਕ ਹੈ? ਫਾਈਨੈਂਸ਼ੀਅਲ ਇਨਸੈਂਟਿਵਸ, ਪੇ ਐਂਡ ਅਲਾਊਂਸਿਸ। ਤੁਸੀਂ ਆਪਣੇ ਵਰਕਰਸ ਨੂੰ ਅੱਛੀ ਸੈਲਰੀਜ਼ ਦੇ ਰਹੇ ਹੈਗੇ ਹੋ, ਇਸ ਤੋਂ ਇਲਾਵਾ ਉਹਨਾਂ ਨੂੰ ਸੈਲਰੀਜ਼ ਤੋਂ ਇਲਾਵਾ ਐਕਸਟਰਾ ਅਲਾਊਂਸਿਸ ਦਾ ਮਤਲਬ ਕੀ ਹੈ? ਜਿਵੇਂ ਟਰੈਵਲ ਅਲਾਊਂਸ, ਜਿਸ ਜਗ੍ਹਾ ਤੋਂ ਉਹ ਆਉਂਦੇ ਹੈਗੇ ਹੈ, ਮਤਲਬ ਫਰੋਮ ਦਾ ਪਲੇਸ ਵੇਅਰ ਦੇ ਆਰ ਲਿਵਿੰਗ, ਔਰ ਜਿੱਥੇ ਤੁਹਾਡਾ ਆਫਿਸ ਸੈਟਅਪ ਹੈਗਾ ਉੱਥੇ ਦਾ ਡਿਸਟੈਂਸ ਜਿਹੜਾ ਉਹ ਟਰੈਵਲ ਕਰਕੇ ਆਉਂਦੇ ਹੈਗੇ, ਅਗਰ ਤੁਸੀਂ ਉਸ ਟਰੈਵਲਿੰਗ ਦਾ ਵੀ ਪੈਸਾ ਉਹਨਾਂ ਨੂੰ ਐਕਸਟਰਾ ਦੇ ਰਹੇ ਹੈਗੇ ਹੋ ਤਾਂ ਉਹ ਵੀ ਮੋਟੀਵੇਟ ਕਰਦਾ ਉਹਨਾਂ ਨੂੰ ਕਿਤੇ ਨਾ ਕਿਤੇ। ਠੀਕ ਹੈ ਨਾ? ਬਾਕੀ ਡੀਐਨਐਸ ਅਲਾਊਂਸ, ਜਿਵੇਂ ਜਿਵੇਂ ਮਹਿੰਗਾਈ ਵੱਧ ਰਹੀ ਹੈ ਤੁਸੀਂ ਉਸ ਹਿਸਾਬ ਨਾਲ ਕੀ ਕਰ ਰਹੇ ਹੋ, ਉਹਨਾਂ ਨੂੰ ਕੁਛ ਐਕਸਟਰਾ ਪੇਮੈਂਟਸ ਕਰ ਰਹੇ ਹੈਗੇ ਹੋ। ਚਾਈਲਡ ਐਜੂਕੇਸ਼ਨ ਅਲਾਊਂਸ, ਉਹਨਾਂ ਦੇ ਬੱਚੇ ਦੀ ਪੜ੍ਹਾਈ ਦੀ ਫੀਸ ਜਿਹੜੀ ਹੈਗੀ ਉਹਦਾ ਦੀ ਐਕਸਟਰਾ ਪੈਸੇ ਦੇ ਰਹੇ ਹੈਗੇ ਹੋ। ਤਾਂ ਇਹ ਚੀਜ਼ਾਂ ਮੋਟੀਵੇਟ ਕਰਦੀਆਂ। ਬਾਕੀ ਅਗਰ ਆਪਾਂ ਲਗਾ ਕੇ ਦੇਖੀਏ, ਪ੍ਰੋਡਕਟੀਵਿਟੀ ਲਿੰਕਡ ਵੇਜ ਸਿਸਟਮ, ਮਤਲਬ ਤੁਸੀਂ ਵਰਕਰਸ ਨੂੰ ਕਹਿ ਰੱਖਿਆ ਕਿ ਜਿੰਨੀ ਜ਼ਿਆਦਾ ਗੁੱਡਸ ਮੈਨੂਫੈਕਚਰ ਕਰੋਗੇ ਉਨੀ ਜ਼ਿਆਦਾ ਤੁਹਾਨੂੰ ਕੀ ਮਿਲੇਗੀਆਂ? ਵੇਜਿਸ ਮਿਲੇਗੀਆਂ। ਤਾਂ ਇਟ ਮੋਟੀਵੇਟਸ ਦੈਮ ਕਿ ਉਹ ਜ਼ਿਆਦਾ ਮੈਨੂਫੈਕਚਰਿੰਗ ਕਰਨ ਜਾਂ ਆਪਣੇ ਜ਼ਿਆਦਾ ਐਫਰਟਸ ਲਗਾਉਣ ਪ੍ਰੋਡਕਸ਼ਨ ਕਰਨ ਟਾਈਮ। ਬਾਕੀ ਕਮਿਸ਼ਨ ਵਗੈਰਾ, ਜਿਵੇਂ ਤੁਸੀਂ ਸੇਲਸ ਏਜੰਟਸ ਨੂੰ ਕਹਿ ਰੱਖਿਆ ਹੈਗਾ ਕਿ ਭਾਈ ਤੁਹਾਡੀ ਸੈਲਰੀ ਤਾਂ ਫਿਕਸ ਹੈਗੀ ਹੈ, ਬਟ ਅਗਰ ਤੁਸੀਂ ਟਾਰਗੇਟਸ ਤੋਂ ਜ਼ਿਆਦਾ ਸਮਾਨ ਵੇਚਣ 'ਚ ਹੈਲਪ ਕਰੋਗੇ ਤਾਂ ਤੁਹਾਨੂੰ ਕਿਵੇਂ ਦੇਵਾਂਗੇ? ਅਸੀਂ ਐਕਸਟਰਾ ਕਮਿਸ਼ਨ ਦੇਵਾਂਗੇ। ਠੀਕ ਹੈ? ਬਾਕੀ ਰਿਟਾਇਰਮੈਂਟ ਬੈਨੀਫਿਟਸ ਹੋ ਗਏ। ਸੋ ਆਲ ਦੀਜ਼ ਆਰ ਫਾਈਨੈਂਸ਼ੀਅਲ ਇਨਸੈਂਟਿਵਸ। ਐਂਡ ਨਾਨ ਫਾਈਨੈਂਸ਼ੀਅਲ ਇਨਸੈਂਟਿਵਸ 'ਚ ਅਗਰ ਆਪਾਂ ਗੱਲ ਕਰੀਏ, ਪੈਸੇ ਤੋਂ ਇਲਾਵਾ ਕਿਹੜੀ ਚੀਜ਼ਾਂ ਹੈਗੀਆਂ ਜਿਹਦੇ ਥਰੂ ਆਪਾਂ ਕਰ ਸਕਦੇ ਹਾਂ? ਮੋਟੀਵੇਟ ਕਰ ਸਕਦੇ ਆਪਣੇ ਵਰਕਰਸ ਨੂੰ। ਇੱਕ ਤਾਂ ਪਾਰਟੀਸਪੇਸ਼ਨ ਡਿਸੀਜਨ ਮੇਕਿੰਗ 'ਚ ਕਰਵਾ ਕੇ ਉਹਨਾਂ ਦੀ। ਠੀਕ ਹੈ ਨਾ? ਅਗਰ ਮੈਂ ਫੈਸਲਾ ਲੈਣ ਸਮੇਂ ਵਰਕਰਸ ਦੀ ਪਾਰਟੀਸਪੇਸ਼ਨ ਕਰਾਉਣਾ ਹੈਗਾ, ਠੀਕ ਹੈ ਨਾ, ਉਹਨਾਂ ਦੇ ਐਡਵਾਈਸਿਸ ਵਗੈਰਾ ਨੂੰ ਵੈਲਕਮ ਕਰਦਾ, ਅਤੇ ਇਹ ਚੀਜ਼ ਵੀ ਮੋਟੀਵੇਟ ਕਰਦੀ ਹੈ ਉਹਨਾਂ ਨੂੰ।
कि हाँ ऑर्गेनाइजेशन 'ਚ ਸਾਨੂੰ ਕੀ ਕੀਤਾ ਜਾਂਦਾ ਇੱਕ ਇੰਪੋਰਟੈਂਟ ਪਰਸਨ ਸਮਝਿਆ ਜਾਂਦਾ ਹੈਗਾ ਔਰ ਸਾਡੇ ਡਿਸੀਜ਼ਨਸ ਨੂੰ ਕੀ ਦਿੱਤੀ ਜਾਂਦੀ ਮਤਲਬ ਸਾਡੇ ਸੁਜੈਸ਼ਨਸ ਨੂੰ ਕੀ ਦਿੱਤੀ ਜਾਂਦੀ ਹੈ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਬਾਕੀ ਕੰਮ ਕਰਨ ਵਾਸਤੇ ਫੇਵਰੇਬਲ ਵਰਕਿੰਗ ਕੰਡੀਸ਼ਨਸ ਠੀਕ ਹੈ ਜਿਸ ਜਗ੍ਹਾ 'ਚ ਤੁਹਾਨੂੰ ਕੰਮ ਕਰਨਾ ਹੈਗਾ ਅਗਰ ਉੱਥੇ ਵਰਕਿੰਗ ਕੰਡੀਸ਼ਨਸ ਤੁਹਾਡੇ ਅਕੋਰਡਿੰਗ ਟੂ ਦਾ ਫੇਵਰ ਹੈਗੀ ਹੈ ਤਾਂ ਇਹ ਵੀ ਕਾਫੀ ਹੱਦ ਤੱਕ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਕੀ ਕਰਦੀ ਹੈ ਕਿ ਵਰਕਰਸ ਨੂੰ ਮੋਟੀਵੇਟ ਕਰਦੀ ਹੈ ਕੰਮ ਕਰਨ ਦੇ ਲਈ ਠੀਕ ਹੈ ਬਾਕੀ ਇਸ ਤੋਂ ਇਲਾਵਾ ਜੋਬ ਸਿਕਿਉਰਿਟੀ ਪਰਮਾਨੈਂਟ ਜੋਬ ਤੁਹਾਨੂੰ ਆਫਰ ਕਰ ਰੱਖੀ ਹੈਗੀ ਹੈ ਤਾਂ ਇਹ ਵੀ ਤੁਹਾਨੂੰ ਕੀ ਕਰਦੀ ਹੈ ਬੂਸਟਅਪ ਕਰਦੀ ਹੈਗੀ ਹੈ ਕਿ ਭਾਈ ਮੈਂ ਨਿਕਾਲਿਆ ਨਹੀਂ ਜਾਊਂਗਾ ਬਟ ਫਿਰ ਵੀ ਮੈंने ਪਰਫੋਰਮੈਂਸ ਬੈਟਰ ਕਰਨੀ ਹੈ ਤਾਂ ਕਿ ਮੈਨੂੰ ਫਿਊਚਰ ਦੇ ਲਈ ਅੱਛੀ ਓਪਰਚੁਨਿਟੀਜ਼ ਮਿਲ ਸਕਣ ਬਾਕੀ ਇਸ ਤੋਂ ਇਲਾਵਾ ਪ੍ਰੇਜ਼ ਚਾਰ ਬੰਦੇ 'ਚ ਥੋੜ੍ਹੀ ਸ਼ਾਬਾਸ਼ੀ ਦੇ ਦਿੱਤੀ ਵੀ ਭਾਈ ਤੁਹਾਨੇ ਕੰਮ ਅੱਛਾ ਕੀਤਾ ਹੈਗਾ ਇਹ ਚੀਜ਼ਾਂ ਜਿਹੜੀ ਕਿ ਕਾਫੀ ਹੱਦ ਤੱਕ ਮੋਟੀਵੇਟ ਕਰਨ ਦਾ ਕੰਮ ਕਰਦੀ ਹੈ ਠੀਕ ਹੈ ਸੋ ਇਹ ਪੂਰਾ ਪਾਰਟ ਜਿਹੜਾ ਹੈਗਾ ਤੁਹਾਡੇ ਕੋਲ ਕਿਸ ਚੀਜ਼ ਦਾ ਹੋਗਾ ਤੁਹਾਡੀ ਮੋਟੀਵੇਸ਼ਨ ਦਾ ਪਾਰਟ ਕੰਪਲੀਟ ਹੋ ਗਿਆ ਉਮੀਦ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਜਿਹੜਾ ਹੈਗਾ ਟੌਪਿਕ ਕਲੀਅਰਲੀ ਸਮਝ ਆ ਚੁੱਕਿਆ ਹੋਏਗਾ ਵੀਡੀਓ ਦੇ ਅਪਰੋਕਸੀਮੇਟਲੀ 20 ਮਿੰਟ ਹੋਏ ਜਿਸ 'ਚ ਆਪਾਂ ਨੇ 2 ਐਲੀਮੈਂਟਸ ਤਾਂ ਆਪਣੇ ਕਵਰ ਅਪ ਕਰ ਵੀ ਦਿੱਤੇ ਨੈਕਸਟ ਇਸ ਤੋਂ ਬਾਅਦ ਹੁੰਦਾ ਆਪਣੇ ਕੋਲ ਲੀਡਰਸ਼ਿਪ ਠੀਕ ਹੈ ਲੀਡਰਸ਼ਿਪ ਬੇਸਿਕਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇੱਕ ਕੁਆਲਿਟੀ ਹੈ ਕਿਸੇ ਵੀ ਵਿਅਕਤੀ ਦੀ ਜਿਹਦੇ ਥਰੂ ਕੀ ਕਰਦਾ ਉਹ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਪੀਪਲ ਟੂ ਹੈਲਪ ऑर्गेनाइजेशन इन अचीविंग देयर गोल्स ठीक है यही चीज़ होंगी एक तरह की ठीक है लीडरशिप अगर आप लगा के देखिए तो किसी व्यक्ति की है क्वालिटी ऑफ अ परसन जिसनों यूज कर रहे टू इन्फ्लुएंस ठीक है पीपल टू हेल्प द ऑर्गेनाइजेशन इन अचीविंग देयर गोल्स बेसिकली लीडरशिप अगर आप लगा के देखिए तो मैनेजमेंट तो डिफरेंट है ठीक इस चीज़ का ध्यान रखियो लीडरशिप ज़्यादातर अगर आप लगा के देखिए तो कितने देखने को मिलती है अपन इनफॉर्मल ऑर्गेनाइजेशन से देखने को मिलती है जिथे कोई अपने को प्रॉपर स्ट्रक्चर फॉलो नहीं किया जाता उत्थे अपन की देखने को मिलती है लीडरशिप देखने को मिलती है ठीक बाकी मेन इस द टॉपिक जो है वो की लीडरशिप के स्टाइल्स 3 तरीके के स्टाइल्स मैंने तुहानूं दस्से सीगे जो सैंपल पेपर सॉल्व करवाया सीगा पहला सीगा ऑटोक्रेटिक या अथॉरिटेटिव ले लेने मैं पूरा वर्ड जो मेन सीगा अथॉरिटेटिव दूसरा अपने को सीगा डेमोक्रेटिक तीसरा सीगा लेजर स्पैलिंग मिस्टेक जो होगी तो देख लियो भाई अपना ठीक ऑटोक्रेटिक के अंदर मैनेजर की करता खुद डिसीजन लेंदा हिमसेल्फ टेक डिसीजनस ठीक है डेमोक्रेटिक के अंदर डिसीजन अगेन लेंदा तो मैनेजर ही है मैनेजर टेक डिसीजन बट बाय कीपिंग इन माइंड सजेशंस ऑफ इंप्लॉइज अपने इंप्लॉइज के एडवाइसिस और सजेशंस में ध्यान च रखने तो बाद फिर की लेंदा वो डिसीजन लेंदा तो बेसिकली वो पार्टिसिपेशन होंगी है वर्कर्स की और लेजिस्फेयर उरे अथॉरिटी ही जी है वर्कर्स में दी गई है भाई जिमें काम करना करो ठीक है सो मैनेजर हैज़ वेरी लिमिटेड रोल ठीक है या फिर मैनेजर की लोड़ पेगी सिर्फ कदों जो कोई इंपॉर्टेंट मैटर आएगा ठीक ये अपनी की लीडरशिप स्टाइल्स हैं इन्होंने थोड़े मीनिंग जाएगा पढ़ लेना एक बार अच्छे तरीके नाल लास्ट अगर आप लगा के देखिए तो हम अपने को पार्ट आंदा कम्यूनीकेशन का सब तो लंबा वर्ड ही खिंचेगा ये भी लैटिन वर्ड कम्यूनिस्ट लिता गया जिसका मतलब है कॉमन ठीक है तो कम्यूनीकेशन च हुंदा की है एक्सचेंज ऑफ आइडियाज फैक्ट्स एंड ओपिनियंस फ्रॉम वन पर्सन टू अनदर ठीक
ਹੁਣ ਇੱਕ ਕਮਿਊਨੀਕੇਸ਼ਨ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇਹਦਾ ਪ੍ਰੋਸੈਸ ਆਪਣੇ ਕੋਲ ਇੰਪੋਰਟੈਂਟ ਹੈ। ਪਿਛਲੀ ਵਾਰ ਵੀ ਪੇਪਰ 'ਚ ਆਪਣੇ ਕੋਲ ਆਇਆ ਹੋਇਆ ਸੀਗਾ 4 ਮਾਰਕਸ ਦੇ ਕੁਐਸਚਨਸ ਦੇ ਵਿੱਚ। ਤਾਂ ਇੱਕ ਵਾਰ ਪ੍ਰੋਸੈਸ ਦੇਖ ਲੈਂਦੇ ਹਾਂ। ਸਿੰਪਲ ਜਿਹਾ ਪ੍ਰੋਸੈਸ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਸੈਂਡਰ ਹੋਏਗਾ, ਉਹਦੇ ਦਿਮਾਗ 'ਚ ਕੋਈ ਆਈਡੀਆ ਜਾਂ ਥੋਟ ਆਏਗਾ ਜਿਸ ਨੂੰ ਆਪਾਂ ਨਾਮ ਦੇ ਦਿੰਦੇ ਹਾਂ ਮੈਸੇਜ ਦਾ। ਤਾਂ ਬੇਸਿਕ ਸਬਜੈਕਟ ਮੈਟਰ ਜਿਹਦੇ ਉੱਪਰ ਗੱਲ ਹੋਣੀ ਹੈਗੀ ਉਹ ਆਪਣਾ ਕੀ ਮੈਸੇਜ। ਫਿਰ ਉਸ ਨੂੰ ਕੀ ਕਰੇਗਾ, ਇਨਕੋਡ ਕਰੇਗਾ, ਮਤਲਬ ਇਸ ਤਰੀਕੇ ਨਾਲ ਟਰਾਂਸਮਿਟ ਕਰਨਾ ਹੈਗਾ। ਤਾਂ ਉਹਦੇ ਲਈ ਉਸਨੂੰ ਸੋਚਣਾ ਪਏਗਾ ਨਾ ਕਿ ਮੈਂ ਅਗਰ ਰਿਟਨ ਮੈਸੇਜ ਭੇਜਣਾ ਹੈਗਾ ਤਾਂ ਉਹਦੇ ਲਈ ਮੈਂ ਵਰਡਿੰਗ ਕਿਸ ਤਰੀਕੇ ਦੀ ਯੂਜ਼ ਕਰਨੀ ਹੈਗੀ ਹੈ। ਤਾਂ ਉਹ ਕੀ ਆਪਣੀ ਇਨਕੋਡਿੰਗ ਹੈਗੀ ਹੈ। ਉਸ ਤੋਂ ਬਾਅਦ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਸਿਲੈਕਸ਼ਨ ਆਫ ਮੀਡੀਆ, ਕਿਹਦੇ ਥਰੂ ਕਮਿਊਨੀਕੇਸ਼ਨ ਕਰਨੀ ਹੈ, ਟੈਲੀਫੋਨਿਕ ਕਨਵਰਸੇਸ਼ਨ ਹੈਗੀ ਹੈ, ਈਮੇਲ ਲਿਖਣੀ ਹੈਗੀ ਹੈ, ਲੈਟਰ ਭੇਜਣਾ ਹੈਗਾ। ਤਾਂ ਉਹ ਕੀ ਹੈ, ਸਿਲੈਕਸ਼ਨ ਆਫ ਮੀਡੀਆ। ਫਿਰ ਉਸ ਤੋਂ ਬਾਅਦ ਅੱਗੇ ਨੂੰ ਰਿਸੀਵ ਕੌਣ ਕਰੇਗਾ, ਰਿਸੀਵਰ। ਰਿਸੀਵਰ ਫਿਰ ਇਸ ਨੂੰ ਕੀ ਕਰੇਗਾ, ਆਪਣੇ ਹਿਸਾਬ ਨਾਲ ਸਮਝਣ ਦੀ ਕੋਸ਼ਿਸ਼ ਕਰੇਗਾ, ਦੈਟ ਇਜ਼ ਡੀਕੋਡ। ਐਂਡ ਲਾਸਟਲੀ ਕੀ ਕਰੇਗਾ, ਫੀਡਬੈਕ ਪ੍ਰੋਵਾਈਡ ਕਰੇਗਾ। ਬਾਕੀ ਇੱਕ ਪੁਆਇੰਟ ਆਉਂਦਾ ਉਰੇ ਨੋਇਸ। ਤਾਂ ਨੋਇਸ ਬੇਸਿਕਲੀ ਕੀ ਹੈ, ਡਿਸਟਰਬੈਂਸ, ਜਿਹਦੇ ਕਾਰਨ ਕਮਿਊਨੀਕੇਸ਼ਨ ਇਫੈਕਟਿਵ ਨਹੀਂ ਹੋ ਪਾ ਰਹੀ। ਜਿਵੇਂ ਫੋਨ ਲਾਈਨ ਡੈਡ ਹੋ ਗਈ ਜਾਂ ਫਿਰ ਮੇਲ ਜਿਹੜੀ ਹੈਗੀ ਹੈ ਪਹੁੰਚ ਨਹੀਂ ਪਾਈ ਡਿਊ ਟੂ ਲੈਕ ਆਫ ਇੰਟਰਨੈਟ। ਤਾਂ ਇਹ ਸਾਰੀ ਚੀਜ਼ਾਂ ਹੈਗੀਆਂ ਡਿਸਟਰਬੈਂਸ ਦਾ ਪਾਰਟ ਕ੍ਰੀਏਟ ਕਰਦੀਆਂ, ਜਿਹਦੇ ਕਾਰਨ ਸੈਂਡਰ ਤੋਂ ਰਿਸੀਵਰ ਤੱਕ ਮੈਸੇਜ ਜਿਹੜਾ ਹੈਗਾ ਸਹੀ ਤਰੀਕੇ ਨਾਲ ਨਹੀਂ ਪਹੁੰਚ ਪਾ ਰਿਹਾ। ਇਹ ਆਪਣਾ ਕੀ ਹੋਗਾ, ਕਮਿਊਨੀਕੇਸ਼ਨ ਪ੍ਰੋਸੈਸ। ਨੈਕਸਟ ਇਸ ਤੋਂ ਬਾਅਦ ਇੱਕ ਆਪਣੇ ਕੋਲ ਆ ਜਾਂਦੀ ਹੈ ਕਮਿਊਨੀਕੇਸ਼ਨ ਟਾਈਪ, ਫਾਰਮਲ ਵਰਸਸ ਇਨਫਾਰਮਲ। ਠੀਕ ਹੈ। ਫਾਰਮਲ ਕਮਿਊਨੀਕੇਸ਼ਨ ਬੇਸਿਕਲੀ ਕਿੱਥੇ ਪਰਫਾਰਮ ਹੁੰਦੀ ਹੈ, ਜਿੱਥੇ ਆਪਣੇ ਕੋਲ ਫਾਰਮਲ ਆਰਗੇਨਾਈਜੇਸ਼ਨ ਹੁੰਦੀ ਹੈ। ਔਰ ਫਾਰਮਲ ਆਰਗੇਨਾਈਜੇਸ਼ਨ ਹੋਣ ਦਾ ਮਤਲਬ ਕੀ ਹੈ, ਇੱਕ ਸਟਰਕਚਰਡ ਸਿਸਟਮ ਹੈਗਾ। ਠੀਕ ਹੈ ਨਾ, ਹੀਰਾਰਕੀ ਫੋਲੋ ਕੀਤੀ ਜਾ ਰਹੀ ਹੈ ਪ੍ਰੋਪਰਲੀ, ਟੌਪ ਤੋਂ ਲੈ ਕੇ ਬੋਟਮ ਤੱਕ। ਅਗਰ ਆਪਾਂ ਲਗਾ ਕੇ ਦੇਖੀਏ ਤਾਂ ਆਪਾਂ ਨੂੰ ਪਤਾ ਹੈ ਵੀ ਕਮਿਊਨੀਕੇਸ਼ਨ ਜਿਹੜੀ ਹੈਗੀ ਹੈ ਕਿਸ ਤਰੀਕੇ ਨਾਲ ਪਰਫਾਰਮ ਹੋਣੀ ਹੈਗੀ ਹੈ। ਜਿਵੇਂ ਇੰਸਟਰਕਸ਼ਨਸ ਪਾਸ ਕੀਤੀ ਜਾ ਰਹੀ ਟੌਪ ਲੈਵਲ ਟੂ ਮਿਡਲ ਲੈਵਲ, ਫਿਰ ਮਿਡਲ ਲੈਵਲ ਟੂ ਲੋਅਰ ਲੈਵਲ। ਤਾਂ ਪ੍ਰੋਪਰ ਇੱਕ ਹੀਰਾਰਕੀ ਬਣੀ ਹੋਈ ਹੈ। ਤਾਂ ਇਸ ਹੀਰਾਰਕੀ ਚੈਨਲ ਦੇ ਥਰੂ ਅਗਰ ਕਮਿਊਨੀਕੇਸ਼ਨ ਫਲੋ ਕਰਦੀ ਹੈਗੀ ਤਾਂ ਉਸ ਨੂੰ ਆਪਾਂ ਨਾਮ ਦੇ ਦਿੰਦੇ ਹਾਂ ਫਾਰਮਲ ਕਮਿਊਨੀਕੇਸ਼ਨ ਦਾ ਨਾਮ ਦੇ ਦਿੰਦੇ ਹਾਂ। ਠੀਕ ਹੈ। ਹੁਣ ਇਸ ਫਾਰਮਲ ਕਮਿਊਨੀਕੇਸ਼ਨ ਦੀ ਅਗਰ ਆਪਾਂ ਟਾਈਪਸ ਦੀ ਗੱਲ ਕਰੀਏ ਤਾਂ ਪਹਿਲੀ ਆਪਣੀ ਕੋਲ ਆਉਂਦੀ ਹੈ ਵਰਟੀਕਲ, दूसरी अपने को आती है हॉरिजॉन्टल, और तीसरी अगर आप लगा के देखिए तो अपने को आती है डायगनल। ठीक है। वर्टिकल दोनों तरीके नाल होंदी है, डाउनवर्ड भी होंदी है तो अपवर्ड भी होंदी है। डाउनवर्ड अपवर्ड किवें, मतलब हुण अगर कोई इंस्ट्रक्शंस मैंने पास करनी है तो टॉप लैवल वाले मिडल लैवल में की करेंगे, इंस्ट्रक्शंस पास करेंगे, या फिर सिंपली बॉस या सुपीरियर अपने सबॉर्डिनेट को की करेगा, कम्युनिकेट करेगा। तो ये डाउनवर्ड कम्युनिकेशन है। तो इंस्ट्रक्शंस फ्रॉम सुपीरियर टू सबॉर्डिनेट। अपवर्ड, नीचे तो ऊपर वाला बंदा, नीचे वाला बंदा ऊपर वाले बंदे ने कम्युनिकेट कर रहेगा। फॉर एग्जांपल मैंने छुट्टी लेनी है तो मैं अपने बॉस को की करांगा, लैटर हैंड ओवर करांगा कि सर मेरी की एप्लीकेशन लीव हैगी एक तरह की। ठीक है, कि मैं 2 दिन छुट्टी ते रहूँगा। तो की एक तरह की अपवर्ड कम्युनिकेशन विच फ्लोज फ्रॉम बॉटम टू टॉप। ठीक है। हॉरिजॉन्टल सेम लैवल ते, जिवें प्रोडक्शन डिपार्टमेंट का मैनेजर ਜਿਹੜਾ कॉस्ट डिपार्टमेंट के मैनेजर ਨਾਲ ਗੱਲਬਾਤ कर रहेगा तो मैनेजर सेम लैवल हो गया। डायगनल, एक डिपार्टमेंट का हायर पोस्ट वाला बंदा दूसरे डिपार्टमेंट के लोअर लैवल के पोस्ट वाले बंदे नाल गल कर रहे। जिवें डिपार्टमेंट 1 का मैनेजर डिपार्टमेंट 2 के फोरमैन नाल गल कर रहे। ठीक है ना। तो ये एक तरह की डायगनल कम्युनिकेशन होगी। इस तो बाद नैक्सट अगर हाँ एक चीज़ और, वर्टिकल कम्युनिकेशन, एक मिनट यार, वर्टिकल सॉरी इनफॉर्मल रह गई सी अपनी। इनफॉर्मल कम्युनिकेशन जिथे फ्री फ्लो है कम्युनिकेशन का, कोई हिरारकी नहीं फॉलो की जा रही। ठीक है। और इसनों आप एक दूसरा नाम देंगे ग्रेप वाइन कम्युनिकेशन का। तो 1 मार्क्स से ध्यान रखना, इनफॉर्मल कम्युनिकेशन इज ऑल्सो नोन एज ग्रेप वाइन कम्युनिकेशन। एग्जाम्पल तौर पर अपना फ्रेंड सर्कल लगा लो, हम दोस्तों जो कोई हिरारकी फॉलो होंगी हैगी है, ओपन माइंडिडली एक दूजे ने आप गलबात कर देगी, और जिस मर्जी तरीके की गलबात अपने शेयर करनी हो एक दूजे ने आप कर देगी बिना किसी रुकावट तो। ठीक है ना। ये नहीं सोचते कि दूजा क्या सोचेगा, वो क्या सोचेगा। फ्री फ्लो ऑफ कम्युनिकेशन होता है, दैट इज कम्युनिकेशन फॉलोड इन इनफॉर्मल कम्युनिकेशन। ठीक है। तो फॉर्मल तो इनफॉर्मल कम्युनिकेशन तो बाद कम्युनिकेशन चैनल्स। ठीक है। नॉर्मली कम्युनिकेशन चैनल्स ਜਿਹੜੇ ਕਿ 2 ਤਰੀਕੇ ਦੇਖਣ ਨੂੰ ਮਿਲਦੇ ਆਪਾਂ ਨੂੰ, ਵਰਬਲ ਐਂਡ ਨॉन ਵਰਬਲ। ਕਾਮਨ ਜੀ ਜਿਹਦਾ ਜਾਂ ਤਾਂ ਗੱਲਬਾਤ ਕਰਕੇ ਆਪਾਂ ਕਮਿਊਨੀਕੇਟ ਕਰ ਲਾਂਗੇ ਜਾਂ ਫਿਰ ਇਸ਼ਾਰੇ ਨਾਲ, ਤੇ ਵਰਬਲ ਜਾਂ ਫਿਰ ਨॉन ਵਰਬਲ। ਨॉन ਵਰਬਲ ਨੂੰ ਦੂਸਰਾ ਨਾਮ ਦਿੰਦੇ ਆਪਾਂ ਜੈਸਚਰਲ ਕਮਿਊਨੀਕੇਸ਼ਨ। ਤਾਂ ਉਹਦੇ ਕੀ ਯੂਜ਼ ਹੋਣਗੇ ਆਪਣੇ ਕੋਲ, ਸਿੰਬਲਸ ਹੋ ਗਏ ਵਰਬਲ 'ਚ, ਓਰਲ ਐਂਡ ਰਿਟਨ। ठीक है।
ਓਰਲ ਇਨ ਦਾ ਸੈਂਸ ਫੇਸ ਟੂ ਫੇਸ ਕਨਵਰਸੇਸ਼ਨਸ ਹੋ ਗਈਆਂ, ਟੈਲੀਫੋਨਿਕ ਕਨਵਰਸੇਸ਼ਨਸ ਹੋ ਗਈਆਂ, ਰਿਟਨ ਦੇ ਵਿੱਚ ਆਪਣੇ ਕੋਲ ਮੈਸੇजेस ਵਗੈਰਾ ਟਰਾਂਸਮਿਟ ਕੀਤੇ ਜਾ ਰਹੇ ਹੈਗੇ, ਤੇ ਆਪਣੀ ਕਮਿਊਨੀਕੇਸ਼ਨ ਚੈਨਲਸ। ਐਂਡ ਲਾਸਟਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇਸ ਚੈਪਟਰ ਦੀ ਮੋਸਟ ਇੰਪੋਰਟੈਂਟ ਚੀਜ਼ ਉਹ ਆਪਣੀ ਕੀ ਹੈ, ਬੈਰੀਅਰਸ। ਕਮਿਊਨੀਕੇਸ਼ਨ, ਇੱਕ ਇਫੈਕਟਿਵ ਕਮਿਊਨੀਕੇਸ਼ਨ ਦੇ ਰਾਹ ਦੇ ਵਿੱਚ ਕਿਹੜੀ ਕਿਹੜੀ ਰੁਕਾਵਟਾਂ ਜਿਹੜੀ ਕਿ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਮੈਂ ਇੱਕ ਮਿੰਟ ਪੇਜ ਕ੍ਰੀਏਟ ਕਰ ਲਾਂ ਉਰੇ। ਤੇ ਇੱਕ ਇਫੈਕਟਿਵ ਕਮਿਊਨੀਕੇਸ਼ਨ ਦੇ ਰਸਤੇ 'ਚ ਕਿਹੜੀ ਕਿਹੜੀ ਰੁਕਾਵਟਾਂ ਜਿਹੜੀ ਕਿ ਆਪਾਂ ਨੂੰ ਦੇਖਣ ਨੂੰ ਮਿਲਦੀਆਂ, ਉਸ ਨੂੰ ਆਪਾਂ ਨਾਮ ਦੇ ਦਿੰਦੇ ਹਾਂ ਬੈਰੀਅਰਸ ਆ। ਸੋ ਦੀਜ਼ ਬੈਰੀਅਰਸ ਆਰ ਕਲਾਸੀਫਾਈਡ ਇਨਟੂ 4 ਕੈਟਾਗਰੀਜ਼। ਇੰਪੋਰਟੈਂਟ ਹੈ, ਮੋਸਟ ਇੰਪੋਰਟੈਂਟ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਇਹ ਟੌਪਿਕ ਆਪਣੇ ਕੋਲ ਹੋਏਗਾ। ਸਿਮੈਂਟਿਕ ਬੈਰੀਅਰਸ ਲੌਂਗ ਦੇ ਲਈ। दूसरा अगर आप लगा के देखिए तो साइकोलॉजिकल बैरियर्स। तीसरा अगर आप लगा के देखिए ऑर्गेनाइजेशनल बैरियर्स। और चौथा अगर आप लगा के देखिए तो परसनल बैरियर्स। कल्ले कल्ले भी आ सकते हैं या कल्ला क्वेश्चन बैरियर्स के उपर भी आ सकता है। कल्ला अगर आ गया तो 6 नंबर के वन ऑफ द बेस्ट क्वेश्चन है जो तुम ईजिली लिख सकते हो। सीमेंटिंग का मतलब अगर आप लगा के देखिए तो साइंस ऑफ मीनिंग्स होंगे, ठीक है ना, कि आप कोई मैसेज जो अपन ट्रांसमिट किया गया है ਉਹਦਾ मतलब ही नहीं समझ सके ड्यू टू द रीजन ऑफ फॉल्टी ट्रांसलेशंस, या फिर अगर आप लगा कि बैड एक्सप्रेशन ऑफ मैसेज, या फिर यूज ऑफ वर्ड्स विच हैविंग मल्टीपल यूज ऑफ सिमिलर वर्ड्स विच हैविंग मल्टीपल मीनिंग्स, या फिर टैक्नीकल लैंग्वेज का इस्तेमाल ज़्यादा कर रखा है जी कि अपने पल्ले नहीं पै रही हैगी। तो इस करके मैसेज जोड़ा है सही तरीके नाल ट्रांसमिट ही नहीं हो पाए, या फिर सही तरीके नाल समझ ही नहीं पाए, तो उसको नाम देंगे सिमेंटिक बैरियर का। दैट मीनस द एक्चुअल मीनिंग बिहाइंड द मैसेज इज़ नॉट क्लीयर ड्यू टू एनी काइंड ऑफ रीजनस, ठीक है ना। तो सीमेंटिक बैरियर्स किहड़े रीजनस करके देखने मिल सकता अपन पहला आप डिस्कस कर लीए। तो सीमेंटिक बैरियर्स अराइजेस ड्यू टू डिफेक्टिव एक्सप्रैशन ऑफ मैसेज, मतलब जो मैसेज मैंने कम्यूनीकेट किया गया वो इन्ना बुरी तरीके एक्सप्रैस किया गया कि मैंने कुछ समझ ही नहीं आया उस चों, ठीक है। या तो सामने वाले बंदे ने इनकरैक्ट लैंग्वेज यूज़ की है, या फिर उसको खुद को नहीं मैसेज समझ आया कि जो कि उसने मैंने कन्वे किया है। सैकेंड अगर आप लगा के देखिए तो यूज़ ऑफ टैक्नीकल वर्ड्स। हुण अगर तुसीं 10वीं 11वीं के बच्चे मतलब 9वीं 8वीं के बच्चे नाल एसेट्स लाइबिलिटी की लैंग्वेज गल करो, क्या उसमें समझ आएगा। तो यूज़ ऑफ टैक्नीकल लैंग्वेजेस। इस तो अलावा फॉल्टी ट्रांसलेशन, ट्रांसलेशन तो क्लीयर है सबनों, किसी एक लैंग्वेज तो दूसरी लैंग्वेज जो आप कर देगी मैसेज ट्रांसलेट कर देगी, तो ट्रांसलेशन थोड़े गलती कर दी, मतलब इंग्लिश टू पंजाबी जो तुम आ रहे थे तो इंग्लिश गल कुछ होर सी पर पंजाबी ट्रांसलेट करके कुछ होर बन गई वो, तो उसमें आप नाम दे रहे हैं फॉल्टी ट्रांसलेशन का। या फिर अगर आप लगा के देखिए यूज ऑफ वर्ड्स विद मल्टीपल मीनिंग्स, कुछ ऐसे वर्ड्स इस्तेमाल किए हैं जिन्होंने एक तो ज़्यादा मतलब सी, तो हम आपको नहीं पता कि वो गल किस तरीके बोली गई है, आप समझे कुछ हो रहा है पर अगले ने बोली किसी होर तरीके सी। तो यूज ऑफ वर्ड्स और सिंबल्स विद मल्टीपल मीनिंग्स, तो ये अपनी की है सीमेंटिक बैरियर्स है। सेकेंड अगर आप लगा के देखिए तो साइकोलॉजिकल बैरियर्स। साइकोलॉजिकल बैरियर्स बेसिकली अगर आप लगा के देखिए तो की है अराइज हो रहे ड्यू टू कह सकते हैं कि सेंटर या रिसीवर दोनों साइड तो अगर आप लगा के देखिए तो कुछ ना कुछ अगर आप लगा के देखिए तो किसी का कमी सी मैसेज में समझने या फिर उसनों अडैप्ट करने, जिस करके इफेक्टिवली कम्यूनीकेशन जी वो पॉसीबल नहीं हो पाई, ठीक है ना। तो उसको नाम कहते देना साइकोलॉजिकल बैरियर्स का। तो इस कारण की हो सकते हैं, या तो देखो आप सुनने इंटरस्टिड नहीं है, या फिर अगले की गल सुनने तो पहले ही अपने अपने मन च की अपने दिमाग च की कोई अलग तो धारणा बना दी, ठीक है। तो कारण हो सकते हैं। तो पहला रीजन की है प्रीमेच्योर इवैल्यूएशन। प्रीमेच्योर इवैल्यूएशन सिंपली की है बहुत सारे लोग पूरा मैसेज सुनने तो पहले ही अंडरस्टैंड कर देंगे कि इस क्या होने वाला है, या फिर इस क्या गलबात होने वाली है। होंगे ना कई बार कोई आप मूवी देख रहे होंगे तो अपने दिमाग एकदम इंट्यूशन आती है कि इस मूवी के अगे जाके की होने वाला है, तो आप पूरी मूवी देखने की बजाय पहले ही अपने दिमाग की बना लेंगे कि इंट्यूशन बना लेंगे कि अगे जाके होएगा की, फिर वो बेसिस तो कई बार अपना इंटरस्ट खत्म हो जाता है, जिस करके आप मूवी छड़ दें। पर समटाइम्स जो बाद मूवी देख दे के फिर अपन ध्यान सुनते यार अच्छा इस तरीके ना होया सी, तो उत्थे गलती अपनी रही है, ठीक है। तो उसमें अपन नाम दें प्रीमेच्योर इवैल्यूएशन का नाम दें, ठीक। दूसरा मैं ध्यान नहीं दे रहा सीगा, जो मर्जी तुसीं बोली गए, तो मैंने समझ आएगा तुसीं क्या समझाना चाहते सी मैनू। दैट इज़ अ लैक ऑफ अटेंशन, जिवें कि मोस्टली स्टूडेंट्स टीचर्स जो पढ़ाते हैं ध्यान नहीं देंगे, फिर बाद कंप्लेंट कर देंगे सानू समझ नहीं आएगा, क्यों उदों ध्यान अपना किसी होर पासे सीगा। दैट इज़ अ लैक ऑफ अटेंशन।
तीसरा डिसट्रस्ट, मैनूं भरोसा नहीं है सामने वाले बंदे दे उपर कि ये जो भी मैनूं दस रहेगा वो सही है। तो अगर मैनूं ट्रस्ट नहीं हैगा कम्यूनीकेशन के टाइम के उपर किस दूसरे व्यक्ति के उपर, तो मैं किस तरीके नाल उहदी गल सुनांगा सही तरीके नाल, और अगर सुन भी लीती क्या मैं उसके उपर ट्रस्ट करांगा इस चीज़ के उपर कि वो मैनूं सही इंफॉर्मेशन दे रहा होएगा? बिल्कुल भी नहीं। तो अगर मेरा किसी उपर विश्वास नहीं हैगा ਜਿਹੜਾ कि उस स्पैशली उस व्यक्ति के उपर ਜਿਹੜਾ कि मैनूं इंफॉर्मेशन कन्वे कर रहा हैगा, तो मैं कभी भी ਉਹਦੀ इंफॉर्मेशन या फिर ਉਹਦੀ कम्यूनीकेशन ਨੂੰ सीरियसली लूँगा ही नहीं। ठीक है, ड्यू टू द रीजन ऑफ डिसट्रस्ट। बाकी प्रॉब्लम कंसर्निंग ट्रांसमिशंस, प्रॉब्लम कंसर्निंग ट्रांसमिशंस, ਜਦੋਂ ਇੱਕ ਮੈਸੇਜ ਸਪੋਜ਼ ਜਿਵੇਂ ਕੋਈ ਔਰਲ ਕਮਿਊਨੀਕੇਸ਼ਨ ਹੋਈ ਹੈ A to B, B to C, C to D, D to E, ਤਾਂ ਜਿਹੜੀ ਗੱਲ A ਨੇ ਬੋਲੀ ਸੀਗੀ ਉਹ ਐਕਚੁਅਲ ਦੇ ਵਿੱਚ ਕਿਸ ਮੀਨਿੰਗ ਦੇ ਵਿੱਚ ਬੋਲੀ ਗਈ ਹੈ, ਉਹ ਸਮਟਾਈਮਸ E ਤੱਕ ਆਉਂਦੇ ਜਿਹੜਾ ਹੈਗਾ ਉਹਦਾ ਮੀਨਿੰਗ ਹੀ ਟੋਟਲੀ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਚੇਂਜ ਹੋ ਜਾਂਦਾ ਹੈਗਾ। ਕਹਿੰਦੇ ਨਾ ਗੱਲ ਇੱਕ ਮੂੰਹ ਤੋਂ ਨਿਕਲੀ ਦੂਜੇ ਕੰਨ ਤੱਕ ਕਿਸ ਤਰੀਕੇ ਨਾਲ ਪਹੁੰਚੀ ਹੈਗੀ ਹੈ, ਉਹ ਕਈ ਵਾਰ ਕੀ ਹੋ ਜਾਂਦੀ ਹੈ, ਚੇਂਜ ਹੋ ਜਾਂਦੀ ਹੈਗੀ ਹੈ। ਤਾਂ ਇਹ ਪ੍ਰੋਬਲਮ ਕਿਸ ਰੀਜ਼ਨ ਕਰਕੇ ਆ ਰਹੀ ਹੈ? ਟਰਾਂਸਮਿਸ਼ਨ ਦੇ ਥਰੂ ਕਰਕੇ ਆ ਰਹੀ ਹੈਗੀ ਹੈ ਕਿ ਗੱਲ ਜਿਹੜੀ ਹੈਗੀ ਹੈ ਜਾਂ ਫਿਰ ਮੈਸੇਜ ਜਿਹੜਾ ਹੈਗਾ ਉਹ ਅਲੱਗ-ਅਲੱਗ ਬੰਦੇ ਦੇ ਥਰੂ ਜਿਹੜਾ ਹੈਗਾ ਮੇਰੇ ਕੋਲ ਪਹੁੰਚਿਆ ਹੈਗਾ। ਤਾਂ ਹੁਣ ਗੱਲ ਬੋਲੀ ਗਈ ਸੀ ਔਰ ਕਿਸ ਮੀਨਿੰਗ 'ਚ ਬੋਲੀ ਗਈ ਸੀਗੀ, ਅੱਜ ਉਹਦਾ ਮਤਲਬ ਜਿਹੜਾ ਹੈਗਾ ਬਿਲਕੁਲ ਹੀ ਕੀ ਹੋ ਚੁੱਕਾ, ਚੇਂਜ ਹੋ ਚੁੱਕਿਆ। ਨੈਕਸਟ ਇਸ ਤੋਂ ਬਾਅਦ ਅਗਰ ਆਪਾਂ ਲਗਾ ਕੇ ਦੇਖੀਏ ਤਾਂ ਫਿਰ ਆਪਣੀ ਆਰਗੇਨਾਈजेशन ਦੇ ਬੈਰੀਅਰਸ ਆ ਜਾएंगे। ऑर्गेनाइजेशनल बैरियर्स बेसिकली अगर आप लगा के देखिए तो रिलेटेड टू ऑर्गेनाइजेशन स्ट्रक्चर है। देखो कई ऑर्गेनाइजेशन अगर आप लगा के देखिए तो बहुत रिजिड रूल्स एंड रेगुलेशंस बना रखे होंगे जिस करके कम्यूनीकेशन का फ्री फ्लो जो सही तरीके नहीं हो पाता। तो उत्थे एक बहुत बड़ा बैरियर है कि कम्यूनीकेशन कंप्लीट होने काफ़ी ज़्यादा टाइम जो है बीत जाता है, जिस करके डिसीजन मेकिंग डिले हो सकता है। ठीक है, तो ऑर्गेनाइजेशन बैरियर अक्कर किस रीजन करके हो रहे हैं? डिफेक्टिव एंड कॉम्पलैक्स ऑर्गेनाइजेशन स्ट्रक्चर, मतलब तुमने ऑर्गेनाइजेशन स्ट्रक्चर सिंपल नहीं रखा है, बहुत ही ज़्यादा कॉम्पलैक्स बना रखा है, जिस करके समझ ही नहीं आता है कि कम्यूनीकेशन किदे नाल करनी हैगी और किस तरीके नाल करनी हैगी है। दूसरा अगर आप लगा के देखिए बेकार पॉलिसीज ਜਿਹੜੇ ਤੁਸੀਂ ऑर्गेनाइजेशन के अंदर फॉलो कर रहे हो, जिमें फॉर एग्जांपल एक मिनट मैं रेज कर लेना, थोड़ी ऑर्गेनाइजेशन का स्ट्रक्चर काफ़ी लार्ज है बट तुसी फिर भी सेंट्रलाइज कंट्रोल लेके चल रहे हो, जिस करके एक व्यक्ति वास्ते इस चीज़ों को हैंडल करना काफ़ी ज़्यादा डिफिकल्ट हो जाता है भी वो किहड़े डिपार्टमेंट की गल, मतलब डिपार्टमेंट्स उत्ते बेसिकली ज़्यादा नहीं होणगे बट क्योंकि उत्थे वर्कलोड ज़्यादा हैगा तो स्पैसीफिकली कुछ लोगों के हत्थ दे अगर आप लगा के देखिए अगर पावर्स हैगी तो उन्होंने वास्ते भी डिफिकल्ट हो जाता है इस चीज़ को अंडरस्टैंड करना भी एक टाइम के उपर किहदी गल पूरी की जाए कि ना पूरी की जाए। ठीक है, बाकी अगर आप लगा के देखिए तो रिजिड रूल्स एंड रेगुलेशंस, ठीक है, ये भी एक बहुत बड़ा बैरीयर है। फ्री फ्लो ऑफ कम्यूनीकेशन के तो उन्हें स्ट्रिक्ट रूल्स एंड रेगुलेशंस बना रखे हैं भी अगर कम्यूनीकेशन होएगी तो इस हिरारकी के अंदर ही होएगी, इस हिरारकी ने तुम तोड़ नहीं सकते, अगर कोई तोड़ेगा तो उसमें पनिशमेंट मिलेगी, जिस करके सही तरीके से कम्यूनीकेशन डी वो शॉर्ट स्पैन के अंदर नहीं पूरी हो पाती। बाकी अगर आप लगा के देखिए तो डिफरेंस ऑफ स्टेटस, कई बार हायर लैवल अथॉरिटीज़ लोअर लैवल अथॉरिटीज़ ना कम्यूनीकेट सही तरीके नहीं करना चाहदियाँ, तो स्टेटस डिफरेंस जो है ऑर्गेनाइजेशन की करता एक बहुत बड़ा बैरीयर के तौर पर देखने मिलता अपन। ठीक है, एंड लास्टली अगर आप लगा के देखिए तो कुछ परसनल बैरीयर्स, उन्हें परसनल बैरीयर्स जोड़े कि दोनों पॉइंट ऑफ व्यू नाल हो सकते हैं, सुपीरियर के पॉइंट ऑफ व्यू नाल भी और सबॉर्डिनेट के पॉइंट ऑफ व्यू नाल भी। ठीक है, तो उस पहला पॉइंट की है लैक ऑफ कॉन्फिडेंस, मैनू अपने सबॉर्डिनेट्स के उपर भरोसा ही नहीं है जिस करके मैं इंफॉर्मेशन पास होने नहीं कर रहेगा। तो कि लैक ऑफ कॉन्फिडेंस इन सबॉर्डिनेट्स कि सुपीरियर को अपने सबॉर्डिनेट्स के उपर ट्रस्ट ही नहीं है कि वो काम करेंगे भी या नहीं करेंगे, इस करके वो इंफॉर्मेशन नहीं पास कर रहेगा, जिस करके ऑर्गेनाइजेशन के गोल्स हैं वो अचीव ही नहीं हो पा रहे। बाकी फीयर ऑफ रिडक्शन इन अथॉरिटी होंगे, कई बार उस्ताद नूं हुंदा कि चेले नूं अगर जानकारी पता लग गई तो मेरे तो अगे निकल जाएगा, तो मेरी पावर घट जाएगी, तो इस चीज़ के डर तो कम्यूनीकेट ही नहीं कर देगी या समझाने की कोशिश नहीं कर देगी या फिर उन्होंने वो ट्रेनिंग देने की कोशिश नहीं कर देगी जिसदे नाल वो अगे वध सकन। बाकी एबसेंस ऑफ विलिंगनेस टू कम्यूनीकेट, गलबात आप खुद ही नहीं करना चाहते है, एबसेंस ऑफ विलिंगनेस टू कम्यूनीकेट, ना सुपीरियर सबॉर्डिनेट नाल गल करने च इंटरस्टेड है ना सबॉर्डिनेट सुपीरियर नाल गल करने च इंटरस्टेड है। कुछ परसनल प्रॉब्लम्स जिमें सपोज क्लास किसी टीचर ने जोड़ा तुहानूं पनिश कर दिता है, हुण
ਹੈ ਤਾਂ ਉਹ ਸਬਜੈਕਟ ਟੀਚਰ ਹੈਗਾ ਹੀ ਹੈ, ਕੋਈ ਪ੍ਰੋਬਲਮ ਆ ਰਹੀ ਹੈਗੀ ਤਾਂ ਆਪਾਂ ਨੇ ਉਸ ਤੋਂ ਨਹੀਂ ਪੁੱਛਣਾ, ਗ੍ਰਜਿਸ ਆ ਗਏ ਅੰਦਰ ਕਿ ਨਹੀਂ ਯਾਰ ਇਸਨੇ ਪਨਿਸ਼ਮੈਂਟ ਦਿੱਤੀ ਸੀ, ਇਸ ਦੇ ਨਾਲ ਆਪਾਂ ਨੇ ਇਸ ਤੋਂ ਨਹੀਂ ਪੁੱਛਣਾ ਹੈਗਾ ਬਿਲਕੁਲ ਵੀ ਆਪਾਂ ਨੇ। ਤੇ ਕੀ ਹੈ, ਪਰਸਨਲ ਪ੍ਰੋਬਲਮ ਹੈ, ਕਿਸੇ ਵੀ ਰੀਜ਼ਨ ਕਰਕੇ ਜਿਸ ਕਰਕੇ ਆਪਾਂ ਕਮਿਊਨੀਕੇਟ ਕਰਨਾ ਹੀ ਨਹੀਂ ਚਾਹੁੰਦੇ ਹੈਗੇ, ਜਾਂ ਫਿਰ ਆਪਣੀ ਖੁਦ ਦੀ ਪਰਸਨਲ ਲਾਈਫ ਦੇ ਵਿੱਚ ਕੁਝ ਪਰਸਨਲ ਪ੍ਰੋਬਲਮ ਚੱਲ ਰਹੀਆਂ ਜਿਸ ਕਰਕੇ ਆਪਾਂ ਡਿਸਕਸ ਹੀ ਨਹੀਂ ਕਰ ਪਾ ਰਹੇ ਕਿ ਕੁਝ ਵੀ ਕਿਸੇ ਵਿਅਕਤੀ ਦੇ ਨਾਲ, ਕੁਝ ਵੀ ਹੋ ਸਕਦਾ ਹੈ, ਠੀਕ ਹੈ। ਹੁਣ ਕਿਸ ਤਰੀਕੇ ਨਾਲ ਆਪਾਂ ਨੇ ਓਵਰਕਮ ਕਰਨਾ ਹੈ, ਹਾਊ ਟੂ ਓਵਰਕਮ ਥੀਸ ਬੈਰੀਅਰਸ, ਤਾਂ ਕਿ ਕਮਿਊਨੀਕੇਸ਼ਨ ਇਫੈਕਟਿਵ ਬਣਾਈ ਜਾ ਸਕੇ, ਟੂ ਮੇਕ ਕਮਿਊਨੀਕੇਸ਼ਨ ਇਫੈਕਟਿਵ। ਇਹ ਵੀ ਆਪਣੇ ਕੋਲ ਕੁਐਸਚਨ ਬਣ ਸਕਦਾ ਹੈ ਜੋ ਕਿ ਇੰਪੋਰਟੈਂਟ ਹੈ, ਠੀਕ। ਸਭ ਤੋਂ ਪਹਿਲਾਂ ਤਾਂ ਕਲੈਰਿਟੀ ਲੈ ਕੇ ਆਓ ਆਪਣੇ ਮੈਸੇजेस ਦੇ ਅੰਦਰ, ਔਰ ਜੋ ਉਹਦੇ ਮੀਨਿੰਗ ਹੈਗੇ ਹੈ ਉਹ ਮੀਨਿੰਗ ਉਸੇ ਤਰੀਕੇ ਨਾਲ ਰਹਿਣ ਦਿਓ। ਇਹ ਨਾ ਹੋਣ ਕਿ ਟਰਾਂਸਮਿਸ਼ਨ ਪ੍ਰੋਸੈਸ ਦੇ ਥਰੂ ਉਹਨਾਂ ਦੇ ਮਤਲਬ ਵੀ ਬਦਲ ਜਾਣ, ਠੀਕ ਹੈ। ਤਾਂ ਕਲੈਰਿਟੀ ਐਂਡ ਸਰਟਨਿਟੀ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ। ਫਲੈਕਸੀਬਲ ਆਰਗੇਨਾਈਜੇਸ਼ਨ ਸਟਰਕਚਰ, ਆਪਣੇ ਆਰਗੇਨਾਈਜੇਸ਼ਨ ਸਟਰਕਚਰ ਨੂੰ ਜਿਹੜਾ ਹੈਗਾ ਰਿਜਿਡ ਨਾ ਬਣਾਓ, ਥੋੜਾ ਫਲੈਕਸੀਬਲ ਰੱਖੋ ਤਾਂ ਕਿ ਕਮਿਊਨੀਕੇਸ਼ਨ ਜਿਹੜੀ ਹੈਗੀ ਉਹ ਸਹੀ ਤਰੀਕੇ ਨਾਲ ਫ੍ਰੀ ਫਲੋ ਕਰ ਸਕੇ। ਬਾਕੀ ਯੂਜ਼ ਆਫ ਸਿੰਪਲ ਐਂਡ ਐਪਰੋਪਰੀਏਟ ਲੈਂਗੁਏजेस, ਐਸੀ ਭਾਸ਼ਾ ਦਾ ਇਸਤੇਮਾਲ ਕਰੋ, ਠੀਕ ਹੈ, ਜਿਹੜੀ ਕਿ ਸਭ ਨੂੰ ਸਮਝ ਆਵੇ। ਇਹ ਨਾ ਹੋਵੇ ਟੈਕਨੀਕਲ ਵਰਡਸ ਦਾ ਇਸਤੇਮਾਲ ਕਰਨ ਦੇ ਚੱਕਰ ਦੇ ਵਿੱਚ ਜਾਂ ਫਿਰ ਇੰਗਲਿਸ਼ ਜ਼ਿਆਦਾ ਚੜ੍ਹਾਉਣ ਦੇ ਚੱਕਰ 'ਚ ਦੂਸਰੇ ਬੰਦੇ ਨੂੰ ਕੁਛ ਸਮਝ ਹੀ ਨਹੀਂ ਆ ਰਿਹਾ ਹੈਗਾ, ਠੀਕ ਹੈ। ਤਾਂ ਯੂਜ਼ ਆਫ ਸਿੰਪਲ ਐਂਡ ਐਪਰੋਪਰੀਏਟ ਲੈਂਗੁਏजेस। ਬਾਕੀ ਫੀਡਬੈਕ ਨੂੰ ਇਨਕਰੇਜ ਕਰੋ ਜਿੰਨਾ ਕਰ ਸਕਦੇ ਹੋ, ਮਤਲਬ ਤੁਹਾਨੇ ਦਾ ਮੈਸੇਜ ਆਪਣੀ ਤਰਫ ਤੋਂ ਕਨਵੇ ਕਰ ਦਿੱਤਾ, ਪਰ ਦੂਸਰੇ ਵਿਅਕਤੀ ਨੂੰ ਕੀ ਸਮਝ ਆਏਗਾ ਇਹ ਜਾਣਨ ਦੀ ਕੋਸ਼ਿਸ਼ ਕਰੋ, ਔਰ ਇਹ ਪਤਾ ਕਦੋਂ ਲੱਗੇਗਾ ਜਦੋਂ ਉਹਦੀ ਫੀਡਬੈਕ ਆਪਾਂ ਨੂੰ ਰਿਸੀਵ ਹੋਏਗੀ, ਠੀਕ ਹੈ। ट्रांसलेशन सही करो अपनी, मतलब मैसेज वैन ट्रांसमिटेड फ्रॉम वन लैंग्वेज टू अनदर, तो ट्रांसलेशन च मीनिंग ना चेंज हो कभी भी। तो प्रॉपर यूज़ ऑफ गुड ट्रांसलेशन स्किल्स ते बिल्डिंग ऑफ म्यूचुअल ट्रस्ट, कोशिश करो कि सुपीरियर सबऑर्डिनेट के विचकार जो ट्रस्ट है उसको किया जा सके, प्रॉपरली बिल्ड आउट किया जा सके, ठीक है। तो यह थोड़ा टॉपिक जोड़ा है हम कंप्लीट हो चुके, इसमें चंगी तरीके जोड़ा है सबने रिवाइज कर लेना। डायरैक्शन का जो चैप्टर है वो इस चीज़ के नाल कंप्लीट, सॉरी एलीमेंट्स ऑफ डायरैक्शन का जो चैप्टर है अपने को की हो चुका है, कंप्लीट हो चुका। बाकी एक अद्धे दिन तक बहुत जल्द जी है थोड़े लिए एक मैराथन वीडियो आएगी जिस सारे ही चैप्टर जोड़े कवरअप किए जाएंगे, इंपॉर्टेंट वीडियोज़ रिलेटिड। बट क्योंकि ये चैप्टर लेंथी है तो मैं जोड़े चैप्टर्स ऑलरेडी एक्सप्लेन कर चुके हैं, लाइक डायरैक्टिंग हो गया, स्टाफिंग हो गया, इस तो अलावा हम पार्ट बी का फाइनैशियल मैनेजमेंट हो गया, तो एक अपने को चैप्टर जोड़ा है वो मार्केटिंग का हो गया। ये चारों ही चैप्टर्स ऑलरेडी मैंने जोड़े यूट्यूब के उपर अपलोड कर रखे हैं, इस करके ये चारों चैप्टर्स जोड़े है जो हम मैराथन वीडियो आएगी ਉਹਦੇ ਵਿੱਚ इंक्लूड नहीं होंगे, तो वन शॉट रिवीजन के चैप्टर इंक्लूड नहीं होंगे, इस करके इन चारों चैप्टर्स को उन्नी देर तक चंगी तरह रिवाइज कर लो अपना, ठीक है। मिलते हैं नैक्सट वीडियो, टिल देन एक रिक्वेस्ट जी स्टार्टिंग की थी कि प्लीज़ अपने दोस्तों ने वीडियो जी जरूर शेयर करना ताकि थोड़े नाल थोड़ा जोड़ा है उन्होंने भी भला हो सके और वो भी अच्छे तरीके अपनी पढ़ाई जी कर सकन। गुड मार्क्स जोड़े लेके आने है थोड़ी इच्छा नहीं है, बाकी दूसरे बच्चों की भी हैगी है, ठीक है ना। समझो इस चीज़ को, होरां दी मदद करो ताकि रब थोड़ी मदद भी करे, ठीक है। मिलते हैं चलो फिर नैक्सट वीडियो, टिल देन पढ़ते रहो, अपना तैयारी करो चंगी तरीके नाल, ठीक है।